परम सत्कारयोग गुरु महाराज जी की पावन पवित्र गोद दा निगमान रहे सत्संगी जनों, आओ रसना पवित्र करो, मन बिरतियां नूं एकाग्र करो। सारे आखो जी वाहिगुरु जी का खालसा, वाहिगुरु जी की फतेह। सतगुरुदेव महाराज की जय। श्री चंद्र भगवान साहिब जी की जय। गुरु महाराज जी का कोटन कोट धन्यवाद है जो आपां नूं निरंतर सत्संग दी बख्शिश हो रही है। ਇਹਦਾ ਮੁੱਲ ਕੋਈ नहीं। ਇਹ ਜਿਹੜੇ ਬਚਨ ਸਤਿਗੁਰੂ ਮਹਾਰਾਜ ਬਖਸ਼ਦੇ ਨੇ, ਇਹਨਾਂ ਨੂੰ ਸੁਖਮਣੀ ਸਾਹਿਬ ਜੀ ਦੀਆਂ ਆਖਰੀ ਅਸਪਦੀਆਂ ਦੇ ਵਿੱਚ ਕਹਿੰਦੇ ਨੇ, ਉੱਤਮ ਸ਼ਲੋਕ ਸਾਧ ਕੇ ਬਚਨ ਉਮਲੀਕ ਲਾਲ ਇਹ ਰਤਨ। ਕਹਿੰਦੇ ਨੇ ਜਿਹੜੇ ਮਹਾਤਮਾ ਦੇ ਸੰਤਾਂ ਦੇ ਬਚਨ ਹੁੰਦੇ ਨੇ, ਗੱਲ ਨੂੰ ਸਮਝੋ। ਆਪਾਂ ਜਿੰਨੀ ਵੀ ਸਤਿਗੁਰ ਦੀ ਬਾਣੀ, ਵੇਦ ਸ਼ਾਸਤਰ, ਧਾਰਮਿਕ ਗ੍ਰੰਥ, ਕਥਾ, ਸੰਤਾਂ ਦੇ ਜੀਵਨ ਵਿੱਚੋਂ ਜਿੰਨਾ ਵੀ ਆਪਾਂ ਬੋਲਦੇ ਹਾਂ, ਸਾਰੇ ਮਹਾਤਮਾ ਦੇ ਲਿਖੇ ਹੋਏ ਵਚਨ ਨੇ, ਗੁਰੂਆਂ ਦੇ ਲਿਖੇ ਹੋਏ ਵਚਨ ਨੇ। ਇਹਨਾਂ ਬਚਨਾਂ ਦੀ ਜਦੋਂ ਆਪਾਂ ਵਿਚਾਰ ਕਰਦੇ ਹਾਂ, ਇਹਨਾਂ ਬਚਨਾਂ ਤੇ ਆਪਾਂ ਆਪਣੇ ਮਨ ਨੂੰ ਚਲਾਉਣ ਦਾ ਯਤਨ ਕਰਦੇ ਹਾਂ। ਵਿਚਾਰ ਕਰਨ ਦਾ ਭਾਵ ਹੁੰਦਾ ਹੈ ਕਿ ਸਾਡੇ ਗੁਰੂ ਦਾ ਉਪਦੇਸ਼ ਕੀ ਹੈ, ਧਰਮ ਦਾ ਉਪਦੇਸ਼ ਕੀ ਹੈ, ਸਤਿਗੁਰੂ ਦਾ ਉਪਦੇਸ਼ ਕੀ ਹੈ, ਮਹਾਤਮਾ ਸੰਤ ਸਾਨੂੰ ਇਸ ਜੀਵਨ ਬਾਰੇ ਕੀ ਚਾਨਣਾ ਪਾ ਰਹੇ। ਉਸ ਚਾਨਣੇ ਨੂੰ, ਉਹਨਾਂ ਬਚਨਾਂ ਨੂੰ ਗੁਰਬਾਣੀ ਕਹਿੰਦੀ ਹੈ ਉੱਤਮ ਸ਼ਲੋਕ। ਇਹ ਜੋ ਬਚਨ ਨੇ, ਇਹ ਹਜ਼ਾਰਾਂ ਸੌਆਂ ਸਾਲਾਂ ਤੋਂ ਜਿਹੜੇ ਇਹ ਅਮਰ ਬਚਨ ਜੋ ਗੁਰਬਾਣੀ ਦੇ ਵਿੱਚ ਦਰਜ ਨੇ, ਵੇਦਾਂ ਸ਼ਾਸਤਰਾਂ ਦੇ ਵਿੱਚ ਦਰਜ ਨੇ, ਜੋ ਧਰਮ ਦਾ ਗਿਆਨ, ਧਰਮ ਦੀ ਸੇਧ, ਮਨੁੱਖਾ ਜਾਮੇ ਦਾ ਮਨੋਰਥ ਦਾ ਗਿਆਨ ਦਿੰਦੇ ਨੇ, ਸੇਧ ਦਿੰਦੇ ਨੇ, ਰਸਤਾ ਦੱਸਦੇ ਨੇ, ਮਾਰਗ ਦੱਸਦੇ ਨੇ। ਜਿਹੜਾ ਇਹ ਪਾਵਨ ਤੇ ਪਵਿੱਤਰ ਪੰਥ ਹੈ, ਮਾਰਗ ਹੈ, ਸੰਸਾਰ ਲੋਕ ਤੋਂ ਜਿਹੜਾ ਬ੍ਰਹਮ ਲੋਕ ਨੂੰ ਇਹ ਮਾਰਗ ਜਾਂਦਾ ਹੈ, ਪੰਥ ਜਾਂਦਾ ਹੈ। ਇਸ ਪੰਥ ਤੇ ਕਿਵੇਂ ਚੱਲਣਾ ਹੈ, ਇਸ ਮਾਰਗ ਤੇ ਕਿਵੇਂ ਚੱਲਣਾ ਹੈ, ਸੰਸਾਰ ਦਾ ਗਿਆਨ ਦਿੰਦੇ ਨੇ ਤੇ ਪਰਮੇਸ਼ਰ ਤੱਕ, ਬ੍ਰਹਮ ਤੱਕ ਪਹੁੰਚਣ ਦਾ, ਬ੍ਰਹਮ ਵਿੱਚ ਅਭੇਦ ਹੋਣ ਦਾ, ਜੀਵਨ ਦਾ ਜੋ ਮਨੋਰਥ ਹੈ, ਉਹਦੀ ਪ੍ਰਾਪਤੀ ਲਈ ਸਾਨੂੰ ਬਖਸ਼ਿਸ਼ ਕਰਦੇ ਨੇ। ਜਿੱਥੇ ਇਹਨਾਂ ਬਚਨਾਂ ਵਿੱਚ ਗਿਆਨ ਹੈ, ਉੱਥੇ ਇਹਨਾਂ ਵਿੱਚ ਅਦੁੱਤੀ ਸ਼ਕਤੀ ਵੀ ਹੈ, ਤਾਕਤ ਵੀ ਹੈ। ਦੁਨੀਆ ਦੇ ਵਿੱਚ ਕਥਾ ਕਹਾਣੀਆਂ ਬਹੁਤ ਨੇ, ਕਿੱਸੇ ਬਹੁਤ ਨੇ, ਪਰ ਸਤਿਗੁਰ ਦੀ ਬਾਣੀ ਕਹਿੰਦੀ ਹੈ ਇਹ ਸਭ ਤੋਂ ਵਡਮੁੱਲੀ ਕਥਾ ਹੈ, ਇਹ ਸਭ ਤੋਂ ਉੱਤਮ ਬਚਨ ਨੇ। ਇਹਨਾਂ ਦਾ ਕੋਈ ਦੁਨਿਆਵੀ ਹੀਰਾ, ਕੋਈ ਦੁਨਿਆਵੀ ਧਾਤੂ ਇਹਦਾ ਮੁਕਾਬਲਾ ਨਹੀਂ ਕਰ ਸਕਦੀ। ਉੱਤਮ ਸ਼ਲੋਕ ਸਾਧ ਕੇ ਬਚਨ ਉਮਲੀਕ ਲਾਲ, ਬੜੇ ਕੀਮਤੀ ਮੁੱਲ ਦੇ ਨੇ। ਇਹਨਾਂ ਵਰਗਾ ਉਮਲੀਕ ਜਿਹਦਾ ਮੁੱਲ ਕੋਈ। ਇਹ ਰਤਨ
ਦੁਨਿਆਵੀ ਭਾਸ਼ਾ ਵਿੱਚ ਆਪਾਂ ਰਤਨ, ਜੋ ਸਭ ਤੋਂ ਮਹਿੰਗਾ ਹੀਰਾ ਹੁੰਦਾ ਹੈ, ਜਿਸ ਤਰ੍ਹਾਂ ਸੋਨੇ ਦੀ ਬੜੀ ਕੀਮਤ ਹੈ, ਹੀਰਿਆਂ ਦੀ ਉਸ ਤੋਂ ਜ਼ਿਆਦਾ ਕੀਮਤ ਹੈ। ਜਿਹੜੇ ਲਾਲ ਤੇ ਰਤਨ ਨੇ ਇਹ ਦੁਨੀਆ ਦੇ ਵਿੱਚ ਗਿਣੇ ਚੁਣੇ ਹੁੰਦੇ ਨੇ। ਕਹਿੰਦੇ ਨੇ ਉਹਨਾਂ ਤੋਂ ਵੀ ਉੱਤੇ ਕੀਮਤ ਹੈ ਇਹਨਾਂ ਦੀ। ਕਿਉਂ? ਇਹ ਆਮ ਇਨਸਾਨ ਨੂੰ ਹੀਰਾ ਬਣਾਉਂਦੇ ਨੇ, ਇਹ ਆਮ ਇਨਸਾਨ ਨੂੰ ਰਤਨ ਬਣਾਉਂਦੇ ਨੇ, ਇਹ ਆਮ ਜੀਵਨ ਨੂੰ ਹੀਰਾ ਬਣਾ ਦਿੰਦੇ ਨੇ। ਇਸ ਕਰਕੇ ਵੱਡੇ ਭਾਗਾਂ ਵਾਲਿਓ ਤੁਸੀਂ, ਬੜੀ ਦੂਰੋਂ ਦੂਰੋਂ ਮਹਾਰਾਜ ਜੀ ਨੇ ਸਬੱਬ ਬਣਾਇਆ ਹੈ। ਸਤਸੰਗ ਦੀਆਂ ਹਾਜ਼ਰੀਆਂ ਭਰ ਰਹੇ ਹੋ, ਜਿੱਥੇ ਸਰੀਰ ਕਰਕੇ ਤੁਸੀਂ ਇੰਨੀ ਦੂਰੋਂ ਆਏ ਹੋ, ਉੱਥੇ ਮਨ ਕਰਕੇ ਵੀ ਜੁੜੋ। ਜੇ ਪਰਮਾਤਮਾ ਨੇ ਤੁਹਾਡੇ ਭਾਗਾਂ ਦੇ ਵਿੱਚ ਸਤਸੰਗ ਦੀਆਂ ਘੜੀਆਂ ਬਖਸ਼ੀਆਂ ਨੇ, ਇਹਨਾਂ ਨੂੰ ਮਾਣੋ। ਆਪਣੇ ਸਰੀਰ ਨੂੰ, ਆਪਣੀ ਬੁੱਧੀ ਨੂੰ ਚੁਸਤ ਫੁਰਤ ਰੱਖ ਕੇ ਅੰਦਰੋਂ ਅੰਦਰੀ ਅਰਦਾਸ ਕਰੋ, ਮਾਲਕਾ ਦਇਆ ਕਰ, ਮਿਹਰ ਕਰ। ਇਹ ਜੋ ਖਜ਼ਾਨਾ ਹੈ ਇਹ ਮੇਰੀ ਝੋਲੀ ਪੈ ਜਾਵੇ। ਮੈਨੂੰ ਇਹ ਬਾਤ, ਇਹ ਗੁਰੂ ਕੀ ਬਾਤ, ਇਹ ਗੁਰੂ ਕੇ ਬਚਨ, ਇਹ ਲਾਲ ਸਾਨੂੰ ਸਮਝ ਆ ਜਾਣ, ਤਾਂ ਜੋ ਸਾਡਾ ਜੀਵਨ ਬਣ ਜਾਵੇ। ਪਰਮਾਤਮਾ ਨੇ, ਅਕਾਲ ਪੁਰਖ ਨੇ, ਸੰਤਾਂ ਨੇ, ਮਹਾਤਮਾ ਨੇ ਬੜਾ ਸੋਚ ਸਮਝ ਕੇ ਤੁਹਾਨੂੰ ਇਹ ਅਵਸਰ ਦਿੱਤਾ ਹੈ ਕਿ ਚਲੋ। ਤਰਸ ਕਰਦੇ ਨੇ ਸੰਤ ਮਹਾਤਮਾ, ਬੜਾ ਜ਼ੋਰ ਦੇ ਕੇ ਕਹਿੰਦੇ ਨੇ, ਭਾਈ ਮੌਕਾ ਹੈ, ਦੁਨੀਆ ਜਲ ਰਹੀ ਹੈ, ਦੁਨੀਆ ਸੜ ਰਹੀ ਹੈ, ਦੁਨੀਆ ਦੇ ਵਿੱਚ ਕਹਿਰ ਵਰਤ ਰਿਹਾ ਹੈ। ਆਓ ਤੁਹਾਨੂੰ ਉਸ ਇਲਾਹੀ ਬ੍ਰਹਮ ਦੀ ਠੰਡਕ, ਬ੍ਰਹਮ ਦੀ ਗੋਦ, ਪਰਮੇਸ਼ਰ ਦੀ ਗੋਦ ਵਿੱਚ ਬਿਠਾਈਏ। ਤੁਸੀਂ ਪਰਮੇਸ਼ਰ ਦੀ ਗੋਦ ਵਿੱਚ ਬਹਿ ਕੇ, ਬ੍ਰਹਮ ਦੀ ਗੋਦ ਵਿੱਚ ਬਹਿ ਕੇ ਆਨੰਦ ਮਾਣੋ, ਬਖਸ਼ਿਸ਼ ਪ੍ਰਾਪਤ ਕਰੋ। ਸੋ ਸਮਝੋ ਗੱਲ, ਸਤਿਗੁਰ ਆਪਣੇ ਪਾਵਨ ਬਚਨਾਂ ਦੇ ਵਿੱਚ ਗਿਆਨ ਦਿੰਦੇ ਨੇ। ਕਹਿੰਦੇ ਨੇ ਭਗਤੀ ਕਈ ਤਰ੍ਹਾਂ ਨਾਲ ਸੰਸਾਰਕ ਲੋਕ ਕਰਦੇ ਨੇ। ਕੁਝ ਲੋਕ ਪੂਜਾ ਦੇ ਰੂਪ ਵਿੱਚ ਭਗਤੀ ਕਰਦੇ ਨੇ, ਪਰਮੇਸ਼ਰ ਦੀ ਖੁਸ਼ੀ ਲੈਣ ਵਾਸਤੇ, ਆਨੰਦ ਲੈਣ ਵਾਸਤੇ, ਸੁਖ ਲੈਣ ਵਾਸਤੇ। ਜਿੰਨਾ ਕਿ ਕਿਸੇ ਨੂੰ ਗਿਆਨ ਹੁੰਦਾ ਹੈ, ਉਸ ਗਿਆਨ ਮੁਤਾਬਕ ਹਰ ਬੰਦਾ ਉਸ ਸੁਵਿਧਾ ਨੂੰ ਆਪਣੇ ਘਰ ਲਿਆਉਣ ਦਾ ਯਤਨ ਕਰਦਾ ਹੈ। ਗੱਲ ਸਮਝਣਾ, ਜਿਸ ਬੰਦੇ ਨੂੰ ਜਿੰਨਾ ਕਿ ਗਿਆਨ ਹੁੰਦਾ ਹੈ, ਉਹ ਉਸ ਗਿਆਨ ਮੁਤਾਬਕ ਉਸ ਸੁਵਿਧਾ ਨੂੰ ਆਪਣੇ ਘਰ ਲਿਆਉਣ ਦਾ, ਆਪਣੇ ਬੱਚਿਆਂ ਵਾਸਤੇ ਉਸ ਸੁਵਿਧਾ ਨੂੰ ਲਿਆਉਣ ਦਾ ਯਤਨ ਕਰਦਾ ਹੈ। ਤੇ ਸੁਖ ਬੜੀ ਤਰ੍ਹਾਂ ਦੇ ਨੇ, ਸੁਵਿਧਾਵਾਂ ਬੜੀ ਤਰ੍ਹਾਂ ਦੀਆਂ ਨੇ। ਹੁਣ ਭਾਵੇਂ ਤਰੱਕੀ ਬਹੁਤ ਹੋ ਗਈ ਹੈ, ਕਈ ਚੀਜ਼ਾਂ ਜਦੋਂ ਵਿਦੇਸ਼ ਦੇ ਵਿੱਚੋਂ ਆਈਆਂ ਸਾਡੇ ਇਸ ਦੇਸ਼ ਵਿੱਚ, ਤੇ ਅਸੀਂ ਹੈਰਾਨ ਸੀ ਕਿ ਪਾਣੀ ਵੀ ਕਿਤੇ ਬੋਤਲਾਂ 'ਚ ਵਿਕਦਾ ਹੁੰਦਾ ਹੈ, ਦੁੱਧ ਵੀ ਕਿਤੇ ਪੈਕਟਾਂ 'ਚ ਪੈ ਕੇ ਤੇ ਵਿਕਦਾ ਹੁੰਦਾ ਹੈ। ਇਹ ਕਿਵੇਂ ਬਚੇਗਾ? ਦੁੱਧ ਤਾਂ ਕਿਤੇ 5-10 ਮਿੰਟ ਫਰਿੱਜ ਤੋਂ ਬਾਹਰ ਰਹਿ ਜਾਵੇ, ਉਹਨੂੰ ਹਵਾ ਨਾ ਲੱਗੇ ਤੇ ਖਰਾਬ ਹੋ ਜਾਂਦਾ ਸੀ। ਪਰ ਸਾਇੰਸ ਤਰੱਕੀ ਕਰ ਗਈ। ਪਹਿਲਾਂ ਕੇਵਲ ਫਰਿੱਜਾਂ ਘਰਾਂ ਵਿੱਚ ਬਣੀਆਂ ਸੀ, ਹੁਣ ਹੌਲੀ ਹੌਲੀ ਗੱਡੀਆਂ 'ਚ ਫਰਿੱਜਾਂ ਬਣ ਗਈਆਂ ਨੇ, ਟੈਂਕਾਂ ਦੇ ਵਿੱਚ ਫਰੀਜ਼ਰ ਲੱਗ ਗਏ ਨੇ। ਇਸੇ ਤਰ੍ਹਾਂ ਪਹਿਲਾਂ ਸਾਡੇ ਦੇਸ਼ ਵਿੱਚ ਇੰਨੀਆਂ ਕਾਰਾਂ, ਇੰਨੀਆਂ ਗੱਡੀਆਂ, ਮੋਟਰਾਂ ਨਹੀਂ ਸੀ ਹੁੰਦੀਆਂ। ਜਹਾਜ਼ਾਂ ਦਾ ਸਫ਼ਰ ਕੋਈ ਵਿਰਲਾ ਵਿਰਲਾ ਹੀ, ਸ਼ਿਪ ਦਾ, ਸਮੁੰਦਰੀ ਜਹਾਜ਼ ਦਾ ਸਫ਼ਰ ਕੋਈ ਵਿਰਲਾ ਵਿਰਲਾ ਹੀ ਕਰ ਸਕਦਾ ਸੀ। ਪੱਖੇ, ਏਸੀ,
ਮਿਕਸੀਆਂ ਘਰ ਦੇ ਜਿੰਨੀਆਂ ਵੀ ਆਪਾਂ ਵਰਤੋਂ ਕਰਦੇ ਹਾਂ, ਪ੍ਰੈਸਾਂ ਹੁੰਦੀਆਂ ਸੀ ਕੋਲਿਆਂ ਵਾਲੀਆਂ। ਕੋਈ ਪ੍ਰੈਸ ਕਰਦਾ ਸੀ, ਨਹੀਂ ਤਾਂ ਕੱਪੜਾ ਹੀ ਇਹੋ ਜਿਹੇ ਹੁੰਦੇ ਸੀ, ਝਾੜ ਕੇ ਸੁੱਕਣੇ ਪਾ ਦੇਣੇ, ਉਦਾਂ ਹੀ ਫਿਰ ਪਾ ਲੈਣੇ। ਹੁਣ ਜਿੰਨੀ ਕੁ ਕਿਸੇ ਨੂੰ ਸੁਵਿਧਾ ਦਾ ਗਿਆਨ ਹੈ, ਓਨੀ ਕੁ ਸੁਵਿਧਾ ਹੀ ਉਹ ਆਪਣੇ ਘਰ ਵਿੱਚ ਲਿਆਏਗਾ। ਬਹੁਤੇ ਵੱਡੇ ਸੰਸਾਰ ਦਾ ਜਿਹੜਾ ਹਿੱਸਾ ਹੈ ਉਹ ਕੇਵਲ ਦੁਨਿਆਵੀ ਸੁੱਖ ਤੱਕ ਹੀ ਸੀਮਤ ਹੈ। ਸਰੀਰ ਠੀਕ ਰਵੇ, ਕਾਰੋਬਾਰ ਚੱਲਦਾ ਰਵੇ, ਬੱਚਿਆਂ ਦੀ ਪੜ੍ਹਾਈ ਠੀਕ ਠਾਕ ਰਵੇ, ਘਰ ਵਿੱਚ ਲੜਾਈ ਕਲੇਸ਼ ਨਾ ਹੋਵੇ, ਕਾਰੋਬਾਰ ਵਧੇ, ਘਰ ਬਣ ਜਾਏ, ਆਦਿਕ ਸਾਰਾ ਗਿਣਾਉਣ ਲੱਗ ਜਾਈਏ ਸਮਾਂ ਬੜਾ ਲੱਗਦਾ। ਹੁਣ ਇਹਨਾਂ ਸਹੂਲਤਾਂ ਨੂੰ ਪ੍ਰਾਪਤ ਕਰਨ ਵਾਸਤੇ ਜਦੋਂ ਇਹ ਸਹੂਲਤਾਂ ਕਿਸੇ ਨੂੰ ਬਹੁਤਾ ਯਤਨ ਕਰਨ ਤੋਂ ਬਾਅਦ ਨਹੀਂ ਪ੍ਰਾਪਤ ਹੁੰਦੀਆਂ, ਬੰਦਾ ਜਦੋਂ ਥੱਕ ਹਾਰ ਜਾਂਦਾ ਹੈ ਮਿਹਨਤ ਕਰਕੇ, ਜਿਹੜਾ ਉਹਨੇ ਕਾਰੋਬਾਰ ਸ਼ੁਰੂ ਕੀਤਾ ਹੈ ਅੱਗੇ ਨਹੀਂ ਵੱਧਦਾ ਬਹੁਤਾ, ਜਾਂ ਉਹਦੇ ਵਿੱਚ ਕੋਈ ਘਾਟਾ ਪੈਂਦਾ ਹੈ, ਨਫਾ ਨਹੀਂ ਹੁੰਦਾ, ਕਾਰੋਬਾਰ ਨਾ ਵਧਣ ਕਰਕੇ ਕਈ ਵਾਰੀ ਘਰ ਦੇ ਵਿੱਚ ਸਹੂਲਤਾਂ ਪੂਰੀਆਂ ਨਹੀਂ ਹੁੰਦੀਆਂ, ਬੱਚੇ ਚੰਗੇ ਸਕੂਲਾਂ 'ਚ ਨਹੀਂ ਪੜ੍ਹਾ ਸਕਦੇ, ਘਰ ਦੇ ਵਿੱਚ ਵਰਤੋਂ ਦੀਆਂ ਚੀਜ਼ਾਂ ਵੀ ਪੂਰੀਆਂ ਨਹੀਂ ਹੁੰਦੀਆਂ। ਕਈ ਵਾਰੀ ਕਾਰੋਬਾਰ ਚੰਗਾ ਹੁੰਦਾ ਹੈ, ਘਰ ਵਿੱਚ ਕਲਾ ਦਾ ਕਲੇਸ਼ ਦਾ ਕਾਰਨ ਬਣ ਜਾਂਦਾ ਹੈ, ਕੋਈ ਨਾ ਕੋਈ ਇੱਕ ਦੂਜੇ ਨੂੰ ਟਕਰਾਅ ਹੋ ਜਾਂਦਾ ਹੈ ਘਰ ਦੇ ਵਿੱਚ। ਕਈ ਵਾਰੀ ਐਸਾ ਵੀ ਨਹੀਂ ਹੁੰਦਾ, ਧੀ ਪੁੱਤਰ ਬੱਚਾ ਨਹੀਂ ਹੁੰਦਾ, ਵਿਆਹ ਕੀਤਾ ਬੱਚਾ ਨਹੀਂ ਹੋਇਆ। ਕਈ ਵਾਰੀ ਵਿਆਹ ਹੀ ਨਹੀਂ ਹੁੰਦਾ, ਕਈਆਂ ਦੇ ਉਮਰ ਲੰਘ ਜਾਂਦੀ ਹੈ, ਸੰਜੋਗ ਨਹੀਂ ਬਣਦੇ। ਅਸੀਂ ਆਪਣੀ ਜਿੰਨੀ ਕੁ ਸੁਵਿਧਾ ਵਾਸਤੇ, ਜਿੰਨੀ ਕੁ ਅਸੀਂ ਸਾਨੂੰ ਲੋੜ ਹੈ, ਅਸੀਂ ਉਨੀ ਕੁ ਫਿਰ ਧਰਮ ਦਾ ਸਹਾਰਾ ਲੈਂਦੇ। ਫਿਰ ਕਿਸੇ ਪੁਜਾਰੀ ਨੂੰ, ਪੰਡਤ ਨੂੰ, ਸਿਆਣੇ ਨੂੰ ਅਸੀਂ ਪੁੱਛਦੇ ਹਾਂ, ਭਾਈ ਸਾਨੂੰ ਆਹ ਚੀਜ਼ ਸਾਡੀ ਨਹੀਂ ਹੋ ਰਹੀ। ਫਿਰ ਵੱਖੋ ਵੱਖਰੇ ਤਰੀਕਿਆਂ ਨਾਲ ਕੋਈ ਅੱਖਾਂ ਬੰਦ ਕਰਕੇ ਦੱਸਦਾ ਹੈ, ਕੋਈ ਟੇਵਾ ਲਾਉਂਦਾ ਹੈ, ਕੋਈ ਉਂਗਲ ਰਖਾਉਂਦਾ ਹੈ ਲਿਖ ਕੇ ਕੁਛ ਨਾ ਕੁਛ, ਕੋਈ ਕਿਸੇ ਸ਼ਕਤੀ ਤੋਂ ਪੁੱਛਦਾ ਹੈ, ਕੋਈ ਕਿਵੇਂ ਕਰਦਾ ਹੈ, ਕੋਈ ਕਿਵੇਂ ਕਰਦਾ ਹੈ। ਫਿਰ ਆਪੋ ਆਪਣੇ ਹੀਲੇ ਵਰਤਦੇ ਆ ਸਾਰੇ। ਕੋਈ ਕਹਿੰਦਾ ਹੈ ਪਾਠ ਕਰਾ ਲਓ, ਕੋਈ ਕਹਿੰਦਾ ਹੈ ਮੰਤਰਾਂ ਦਾ ਜਾਪ ਕਰਾ ਲਓ, ਕੋਈ ਕਹਿੰਦਾ ਹੈ ਕਾਲੇ ਮਾਹ ਪਾ ਦਿਓ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ। ਇਹ ਸਾਰਾ ਕੁਛ ਤੁਸੀਂ ਵੇਖਿਆ, ਤੁਸੀਂ ਇਹਦੇ ਵਿੱਚੋਂ ਲੰਘੇ ਹੋਏ ਹੋ। ਇਹਦੇ ਤੇ ਆਪਾਂ ਨੂੰ ਬਹੁਤਾ ਸਮਾਂ ਲਾਉਣ ਦੀ ਲੋੜ ਨਹੀਂ। ਸਿਰਫ ਤੁਹਾਡਾ ਥੋੜਾ ਜਿਹਾ ਧਿਆਨ ਮੈਂ ਦਿਵਾਉਣਾ ਚਾਹੁੰਦਾ ਇਸ ਗੱਲ ਵੱਲ। ਜਿਨ੍ਹਾਂ ਦੇ ਕਾਰੋਬਾਰ ਠੀਕ ਠਾਕ ਚੱਲਦੇ ਨੇ, ਉਹ ਕਈ ਵਾਰੀ ਧਰਮ ਦਾ ਸਹਾਰਾ ਇਸ ਕਰਕੇ ਲੈ ਲੈਂਦੇ ਨੇ ਵੀ ਸਾਡੇ ਕਾਰੋਬਾਰ 'ਚ ਕੋਈ ਵਿਘਨ ਨਾ ਪੈ ਜਾਏ। ਬੱਚੇ ਪੜ੍ਹਦੇ ਵੀ ਚੰਗੇ ਨੇ, ਕਾਰੋਬਾਰ ਵੀ ਚੰਗਾ ਚੱਲਦਾ ਹੈ, ਅਸੀਂ ਧਰਮ ਤੋਂ ਬਹੁਤਾ ਕੀ ਲੈਣਾ ਹੈ, ਚਲੋ ਮਾੜਾ ਮੋਟਾ ਅਸੀਂ ਪੁੰਨ ਦਾਨ ਕਰੇ ਆਈਏ, ਕਿਸੇ ਗੁਰਦੁਆਰੇ 'ਚ ਮੱਥਾ ਟੇਕ ਕੇ ਆਈਏ, ਮੰਦਿਰ 'ਚ ਥੋੜਾ ਬਹੁਤਾ ਪੈਸਾ ਦਾਨ ਕਰੇ ਆਈਏ, ਲੀੜਾ ਕੱਪੜਾ ਦਾਨ ਕਰੇ ਆਈਏ, ਵੀ ਇਹ ਕਾਰੋਬਾਰ ਸਾਡਾ ਚੱਲਦਾ ਰਹੇ। ਦੂਜਾ ਕਾਰਨ ਇਹ ਹੋ ਜਾਂਦਾ ਜਿਹਦਾ ਚੱਲਦਾ ਹੈ ਉਹ ਇਸ ਕਰਕੇ ਜਾਂਦਾ ਹੈ। ਤੀਜਾ ਕਾਰਨ ਹੈ, ਜਦੋਂ ਕੋਈ ਛੋਟੀ ਮੋਟੀ ਅਸੀਂ ਕਿਸੇ ਧਾਰਮਿਕ ਜਗ੍ਹਾ ਤੇ ਕਈ ਵਾਰੀ ਬੈਠੇ ਹੁੰਦੇ ਆ, ਕੋਈ ਧਾਰਮਿਕ ਲੋਕ ਸਤਿਪੁਰਸ਼ ਜਦੋਂ ਜੀਵਨ ਦਾ ਗਿਆਨ ਦਿੰਦੇ ਨੇ, ਸਾਡੇ ਕੰਨਾਂ ਦੇ ਵਿੱਚ ਕਈ ਵਾਰੀ ਜੀਵਨ ਦੇ ਮਨੋਰਥ ਦੀ ਬਾਤ ਪੈ ਜਾਂਦੀ ਹੈ ਕਿ ਠੀਕ ਹੈ ਬੰਦਿਆ, ਤੂੰ ਕਾਰੋਬਾਰ ਵੀ ਕਰ ਲਿਆ, ਧੀਆਂ ਪੁੱਤਰ ਵੀ ਪੈਦਾ ਕਰ ਲਏ, ਤੂੰ ਆਲਣੇ ਵੀ ਬਣਾ ਲਏ, ਭਾਵ ਮਕਾਨ ਵੀ ਬਣਾ ਲਏ, ਸਾਰਾ ਕੁਝ ਕਰ ਲਿਆ, ਪਰ ਤੈਨੂੰ ਇਹ ਪਤਾ ਇਹ ਜੀਵਨ ਤੈਨੂੰ ਕਿਉਂ ਮਿਲਿਆ? ਜਦੋਂ ਕਿਸੇ ਮਹਾਤਮਾ ਦੀ ਗੱਲ ਕੰਨ ਵਿੱਚ ਪੈਂਦੀ ਹੈ, ਜਦੋਂ ਕਿਸੇ ਚੰਗੇ ਮਹਾਤਮਾ ਦੀ ਬਾਣੀ, ਗੁਰੂਆਂ ਦੀ ਬਾਣੀ ਕੰਨ ਦੇ ਵਿੱਚ ਪੈਂਦੀ ਹੈ,
ਉਹ ਦੱਸਦੀ ਹੈ ਕਿ ਇਹ ਜਿਹੜਾ ਕਾਰਜ ਤੂੰ ਕਰਦਾ ਪਿਆ ਇਹ ਤਾਂ ਜਦੋਂ ਤੂੰ 84 ਲੱਖ ਵਿੱਚ ਘੁੰਮਦਾ ਸੀ ਉਦੋਂ ਜਾਨਵਰ ਹੁੰਦਾ ਵੀ ਕਰਦਾ ਸੀ। ਇਹਦੇ ਨਾਲੋਂ ਸਗੋਂ ਚੰਗਾ ਕਰਦਾ ਸੀ। ਤੁਸੀਂ ਵੇਖਿਆ ਹੋਣਾ ਚਿੜੀਆਂ ਕਿਵੇਂ ਆਲਣੇ ਬਣਾਉਂਦੀਆਂ ਨੇ, ਬੁਣ ਬੁਣ ਕੇ ਸੋਹਣੇ ਸੋਹਣੇ, ਜਿੱਡਾ ਕੁ ਉਹਨਾਂ ਦਾ ਆਕਾਰ ਹੈ, ਜਿੱਡਾ ਕੁ ਸਰੀਰ ਹੈ, ਉਹੋ ਜਿਹਾ ਉਹ ਬੜਾ ਸੁੰਦਰ ਆਲਣਾ ਬਣਾ ਲੈਂਦੀਆਂ ਨੇ। ਸ਼ੇਰ ਵੱਡੀਆਂ ਵੱਡੀਆਂ ਗੁਫਾਵਾਂ ਦੇ ਵਿੱਚ ਰਹਿੰਦੇ ਨੇ, ਪੱਕੀਆਂ, ਨਾ ਲਿੰਬਣ ਦੀ ਲੋੜ ਨਾ ਪੋਚਣ ਦੀ ਲੋੜ। ਤੋਤੇ ਵੇਖਿਆ ਤੁਸੀਂ ਕਿੰਨਾ ਨਾਜ਼ੁਕ ਚੁੰਝ ਹੁੰਦੀ ਹੈ, ਉਹ ਕਿੱਡੇ ਤਣਾ ਕਿੰਨਾ ਮੋਟਾ ਹੁੰਦਾ ਹੈ, ਉਹਦੇ ਵਿੱਚ ਠੁੰਗਾ ਮਾਰ ਮਾਰ ਕੇ ਉਹ ਆਪਣੀ ਗੁਫਾ ਬਣਾ ਲੈਂਦਾ, ਉਹਦੇ ਵਿੱਚ ਆਲਣਾ ਖੁੱਡ ਬਣਾ ਲੈਂਦਾ ਤੋਤਾ। ਉਹ ਕਹਿੰਦੇ ਇਹ ਕੰਮ ਤਾਂ ਤੂੰ ਜਾਨਵਰ ਹੁੰਦਿਆਂ ਨਹੀਂ ਕਰਦਾ ਰਿਹਾ, ਇਹਦੇ ਨਾਲੋਂ ਚੰਗੇ ਕਰਦਾ ਰਿਹਾ। ਜਦੋਂ ਸ਼ੇਰ ਦੀ ਜੂਨੀ ਵਿੱਚ ਸੇ ਤੂੰ ਬੱਚੇ ਪੈਦਾ ਕੀਤੇ, ਉਹਨਾਂ ਨੂੰ ਸ਼ਿਕਾਰ ਕਰਨਾ ਸਿਖਾਇਆ, ਉਹਨਾਂ ਨੇ ਤੂੰ ਜੰਗਲਾਂ ਦੇ ਵਿੱਚ ਰਾਜ ਕੀਤਾ ਤੇ ਤੂੰ ਸਾਰੇ ਡਰਦੇ ਸੀ। ਜਦੋਂ ਤੂੰ ਹਾਥੀ ਦੀ ਜੂਨ ਚ ਸੀ ਤੈਨੂੰ ਸਾਰਾ ਗਿਆਨ ਸੀ, ਤੈਨੂੰ ਸ਼ਿਕਾਰੀ ਫੜ ਨਾ ਲਵੇ, ਇੱਥੋਂ ਤੱਕ ਕਿ ਤੂੰ ਟੋ ਟੋ ਕੇ ਲੈਣ ਬਣਾ ਕੇ ਤੁਸੀਂ ਤੁਰਦੇ ਸੀ ਵੀ ਡਿੱਗੇਗਾ ਤੇ ਪਹਿਲਾਂ ਇੱਕ ਡਿੱਗੇਗਾ ਖੱਡੇ ਵਿੱਚ। ਤੁਹਾਨੂੰ ਪਤਾ ਹਾਥੀ ਦਾ ਸ਼ਿਕਾਰ ਕਿਵੇਂ ਕਰਦੇ ਨੇ ਲੋਕ। ਸਾਰਾ ਗਿਆਨ ਸੀ ਆਪਦੇ ਜੀਵਨ ਜੀਣ ਦਾ, ਪਰ ਮਨੁੱਖਾ ਜਾਮਾ ਤਾਂ ਕਿਸੇ ਵਿਸ਼ੇਸ਼ ਕਾਰਜ ਲਈ ਮਿਲਿਆ। ਜਦੋਂ ਸਤਿਪੁਰਸ਼ਾਂ ਦੀ ਬਾਣੀ, ਮਹਾਤਮਾ ਦੀ ਬਾਣੀ ਕੋਈ ਬਚਨ ਕਰਦਾ ਸੰਤ ਤੇ ਸਾਡੇ ਕੰਨਾਂ 'ਚ ਉਹ ਗੱਲ ਪੈਂਦੀ ਏ ਤੇ ਉਦੋਂ ਫਿਰ ਜਗਿਆਸੂ ਮੁੜਦਾ ਹੈ, ਪਲਟਦਾ ਹੈ। ਪਲਟਦੇ ਕੌਣ ਨੇ? ਬੜੇ ਥੋੜੇ ਵਿਰਲੇ ਵਿਰਲੇ ਪਲਟਦੇ ਨੇ। ਪਰ ਅਫਸੋਸ ਦੀ ਗੱਲ, ਇਹ ਪੜ੍ਹਾਈ ਪੜਾਉਣ ਵਾਲੇ ਵੀ ਵਿਰਲੇ ਨੇ। ਜਿੱਥੇ ਪੜਾਉਣ ਵਾਲੇ ਹੋਣ ਉੱਥੇ ਕਈ ਵਾਰੀ ਅਸੀਂ ਉਹ ਦੁਨਿਆਵੀ ਚੀਜ਼ਾਂ ਮੰਗਣ ਵਾਸਤੇ ਉਹਨਾਂ ਉੱਥੇ ਆਪਣਾ ਸਮਾਂ ਵੀ ਖਰਾਬ ਕਰਦੇ ਹਾਂ ਤੇ ਮਹਾਤਮਾ ਦਾ ਵੀ ਕਰਦੇ ਹਾਂ। ਇੱਕ ਕਾਲਜ ਹੋਵੇ ਡਾਕਟਰ ਬਣਾਉਣ ਵਾਲਾ, ਜਿਸ ਕਾਲਜ ਦੇ ਵਿੱਚ ਡਾਕਟਰ ਬਣ ਸਕਦਾ ਹੋਵੇ ਬੰਦਾ, ਤੇ ਉੱਥੇ ਆ ਕੇ ਤੁਸੀਂ ਉਸ ਕਾਲਜ ਦੇ ਵਿੱਚ ਆ ਕੇ ਤੁਸੀਂ ਇਹ ਕਹੋ ਉਸ ਪ੍ਰਿੰਸੀਪਲ ਨੂੰ ਜਾਂ ਉਸ ਡਾਕਟਰ ਬਣਾਉਣ ਵਾਲੇ ਡਾਕਟਰ ਨੂੰ ਤੁਸੀਂ ਆ ਕੇ ਕਹੋ ਵੀ ਮੈਨੂੰ ਭਾਈ ਕੋਈ ਮੇਰਾ ਟਰੈਕਟਰ ਖਰਾਬ ਹੋ ਗਿਆ ਹੈ, ਮੇਰਾ ਬੱਚਾ ਵਿਗੜ ਗਿਆ ਹੈ, ਮੇਰੇ ਘਰ ਦੇ ਵਿੱਚ ਕਲੇਸ਼ ਹੈ, ਇਹ ਗੱਲ ਸ਼ੋਭਦੀ ਹੈ? ਨਹੀਂ ਸ਼ੋਭਦੀ ਨਾ। ਉਹ ਤਾਂ ਤੁਹਾਨੂੰ ਇੱਥੋਂ ਪਾਗਲ ਕਹਿ ਕੇ ਕੱਢ ਦੇਣਗੇ, ਇਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢੋ, ਪਰ ਫਿਰ ਵੀ ਬ੍ਰਹਮ ਗਿਆਨ ਦੀ ਯੂਨੀਵਰਸਿਟੀ, ਮਹਾਤਮਾ ਬ੍ਰਹਮ ਗਿਆਨ ਦੀ ਯੂਨੀਵਰਸਿਟੀ ਹੈ। ਤੁਹਾਡੀ ਭਾਸ਼ਾ ਸਮਝਾ ਰਹੇ ਹਾਂ, ਪੜ੍ਹੇ ਲਿਖੇ ਲੋਕਾਂ ਦੀ ਭਾਸ਼ਾ। ਬ੍ਰਹਮ ਗਿਆਨ ਕੌਣ? ਬ੍ਰਹਮ ਪਰਮਾਤਮਾ, ਖੁਦਾ, ਰੱਬ, ਇਸ ਸ੍ਰਿਸ਼ਟੀ ਦਾ ਮਾਲਕ, ਜਿਸ ਕਾਰਜ ਲਈ ਬੰਦਾ ਬ੍ਰਹਮ ਚ ਅਭੇਦ ਹੋਣ ਵਾਸਤੇ ਆਇਆ ਹੈ। ਲੱਗੀ ਜਨਮਾਂ ਦੀ ਮੈਲ ਕਰਕੇ ਵਿਛੜਿਆ ਫਿਰਦਾ ਪ੍ਰੀਤਮ ਤੋਂ, ਪਿਆਰੇ ਤੋਂ। ਬ੍ਰਹਮ ਨੂੰ ਪਿਆਰਾ ਵੀ ਕਹਿ ਦਿੰਦੇ ਆ, ਪ੍ਰੀਤਮ ਵੀ ਕਹਿ ਦਿੰਦੇ ਆ, ਮਾਈ ਵੀ ਕਹਿ ਦਿੰਦੇ ਆ, ਰੱਬ ਵੀ ਕਹਿ ਦਿੰਦੇ ਆ, ਖੁਦਾ ਵੀ ਕਹਿ ਦਿੰਦੇ ਆ। ਅੰਦਰ ਬੈਠੀ ਮਾਲਕ ਦੀ ਜੋਤ ਦਾ ਗਿਆਨ ਕੋਈ ਨਹੀਂ, ਬੰਦਾ ਕਰਮਾਂ ਕਰਕੇ ਧੱਕੇ ਖਾ ਰਿਹਾ ਹੈ। ਉਸ ਪ੍ਰੀਤਮ ਨੂੰ ਮਿਲਾਉਣ ਵਾਲੇ ਮਹਾਤਮਾ ਸੰਤਾਂ ਕੋਲ ਆ ਕੇ ਜਦੋਂ ਕੋਈ ਇਧਰ ਉਧਰ ਦੀਆਂ ਗੱਲਾਂ ਕਰਦਾ, ਫਿਰ ਸੰਤਾਂ ਦੇ ਅੰਦਰ ਵੀ ਇੱਕ ਵਾਰੀ ਤਾਂ ਬੜੀ ਹੈਰਾਨੀ ਆਉਂਦੀ ਵੀ ਇਹ ਹਲੇ ਵੀ ਉਹ ਪਸ਼ੂਆਂ ਵਾਲੇ ਕੰਮਾਂ ਤੇ ਲੱਗਾ ਹੋਇਆ, ਬੱਚਿਆਂ ਦੀ ਫਿਕਰ, ਘਰ ਦੀ ਫਿਕਰ। ਜਿਹੜਾ ਕੰਮ ਵਾਸਤੇ ਆਇਆ, ਇੱਕ ਖਿਆਲ ਰੱਖਣਾ, ਜਦੋਂ ਦੁਨਿਆਵੀ ਢਾਂਚਾ ਤੁਹਾਡਾ ਖਰਾਬ ਹੁੰਦਾ ਹੈ
ਉਹ ਦੁਨਿਆਵੀ ਢਾਂਚਾ ਖਰਾਬ ਹੋਣ ਦਾ ਵੱਡਾ ਕਾਰਨ ਕੀ ਹੁੰਦਾ ਹੈ? ਜਿਹੜੀ ਕਮਿਟਮੈਂਟ, ਜਿਹੜੀ ਤੁਸੀਂ ਪਰਮਾਤਮਾ ਨਾਲ ਵਾਅਦਾ ਕਰਕੇ ਆਏ ਹੋ, ਅਬ ਕੀ ਬਾਰ ਬਖਸ਼ ਬੰਦੇ ਕੋ, ਤੁਹਾਨੂੰ ਬਾਣੀ ਦੱਸ ਰਹੀ ਹੈ। ਪਿਛਲੇ ਸਤਸੰਗ ਚ ਵੀ ਦੱਸਿਆ ਸੀ, ਹਜ਼ਾਰਾਂ ਲੱਖਾਂ ਭਰੂਣਾਂ ਦੇ ਵਿੱਚੋਂ ਇੱਕ ਵਾਰੀ ਆਈ ਹੈ ਬੰਦਿਆ ਤੇਰੀ। ਤੇ ਜਦੋਂ ਤੁਹਾਡਾ ਦੁਨਿਆਵੀ ਢਾਂਚਾ ਖਰਾਬ ਹੀ ਇਸੇ ਕਰਕੇ ਹੁੰਦਾ ਹੈ। ਜਨਮ ਭਾਵੇਂ ਤੁਹਾਡਾ ਪਿਛਲੀ ਪ੍ਰਲਬਧ ਅਨੁਸਾਰ ਜਿਹੋ ਜੇ ਮਰਜ਼ੀ ਘਰ ਚ ਹੋ ਜਾਏ, ਗਰੀਬ ਜਾਂ ਅਮੀਰੀ ਚ ਹੋ ਜਾਏ, ਪਰ ਉਸ ਤੋਂ ਤਰੱਕੀ ਕਰਨ ਦਾ ਜਿਹੜਾ ਕਾਰਨ ਹੈ ਉਹ ਤਾਂ ਰੁਕਦਾ ਹੈ ਜਦੋਂ ਤੁਸੀਂ ਪਰਮਾਤਮਾ ਦੇ ਹੁਕਮ ਨੂੰ ਭੁੱਲ ਜਾਂਦੇ ਹੋ, ਆਪਣੇ ਕੀਤੇ ਵਾਅਦੇ ਨੂੰ ਭੁੱਲ ਜਾਂਦੇ ਹੋ। ਇਸ ਜੀਵਨ ਦੇ ਵਿੱਚ ਖੜੋਤ ਉਦੋਂ ਆਉਂਦੀ ਹੈ ਤੁਹਾਡੇ, ਜਦੋਂ ਤੁਸੀਂ ਆਪਦਾ ਮੂਲ ਕੰਮ ਭੁੱਲ ਜਾਂਦੇ ਹੋ, ਜਿਸ ਕਾਰਨ ਕਰਕੇ ਤੁਹਾਡਾ ਜਨਮ ਹੋਇਆ, ਤੁਸੀਂ ਉਹ ਭੁੱਲ ਜਾਂਦੇ ਹੋ। ਸੱਚ ਜਾਣੋ, ਜਿਨ੍ਹਾਂ ਨੇ ਆਪਣੇ ਜੀਵਨ ਦਾ ਮੂਲ ਕਾਰਨ ਜਾਣ ਲਿਆ, ਉਹ ਭਾਵੇਂ ਗਨਕਾ ਸੀ, ਮਾੜਿਆਂ ਕਰਮਾਂ ਕਰਕੇ ਕੋਠੇ ਤੇ ਪਹੁੰਚ ਗਈ। ਜਿਹੜਾ ਸਰੀਰ ਪਰਮਾਤਮਾ ਨੂੰ ਮਿਲਣ ਵਾਸਤੇ, ਅੰਦਰ ਰੱਬ ਦੀ ਜੋਤ, ਰੱਬ ਨੂੰ ਮਿਲਣ ਵਾਸਤੇ ਜਿਹੜਾ ਸਰੀਰ ਮਿਲਿਆ ਸੀ, ਉਸ ਸਰੀਰ ਨਾਲ ਕੁਕਰਮ ਕਰਦੀ ਏ, ਕਰਮਾਂ ਦੀ ਮਾਰੀ ਕਿਸੇ ਕਾਰਨ ਕਰਕੇ ਉਹ ਆਪਣੀ ਸਰੀਰ ਦਾ ਵਪਾਰ ਕਰਨ ਲੱਗ ਗਈ। ਅਯਾਸ ਲੋਕ, ਸ਼ਰਾਬੀ ਕਵਾਬੀ ਲੋਕ ਉਹਦੇ ਆ ਕੇ ਸਰੀਰ ਨੂੰ ਭੋਗਦੇ ਐ। ਪਰ ਜਿਸ ਦਿਨ ਉਹਦੀ ਸੰਤ ਸਾਧੂ ਨੇ ਉਹਦੀ ਮੱਤ ਬਦਲ ਦਿੱਤੀ, ਜਿਸ ਪੈਸੇ ਕਰਕੇ, ਜਿਸ ਰੋਟੀ ਕਰਕੇ, ਜਿਸ ਜੀਵਨ ਦੇ ਗੁਜ਼ਰਾਨ ਕਰਕੇ ਉਹ ਬੁਰਾ ਕਰਮ ਕਰਦੀ ਸੀ, ਉਹਦੇ ਦਰਵਾਜ਼ੇ ਤੇ ਫਿਰ ਸੰਗਤੇ ਲੰਗਰ ਲੱਗੇ, ਲੰਗਰ। ਫਿਰ ਉਹਦੇ ਦਰਵਾਜ਼ੇ ਤੇ ਰਾਈ ਪਾਂਦੀ ਵੀ ਰੋਟੀਆਂ ਖਾਣ ਲੱਗੇ ਬਹਿ ਬਹਿ ਕੇ ਉੱਥੇ। ਫਿਰ ਉਹਦੇ ਮੰਦਰ ਬਣੇ, ਫਿਰ ਉਹਨੂੰ ਥਾਂ ਮਿਲੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਫਿਰ ਉਹਨੂੰ ਵੇਦਾਂ ਤੇ ਸ਼ਾਸਤਰਾਂ 'ਚ ਥਾਂ ਮਿਲੀ। ਵੱਡੇ ਵੱਡੇ ਮਹਾਨ ਸੰਤ ਜਪੀਆਂ ਤਪੀਆਂ ਦੀਆਂ ਰਸਨਾ ਤੇ ਫਿਰ ਗਨਕਾ ਘੁੰਮਣ ਲੱਗ ਪਈ। ਗਨਕਾ ਦਾ ਨਾਂ ਜਦੋਂ ਕੋਈ ਉਸ ਮਹੱਲੇ ਦੇ ਵਿੱਚ ਲੈ ਕੇ ਰਾਜੀ ਨਹੀਂ ਸੀ, ਉਹ ਆਂਦੇ ਸੀ ਇਹ ਪਾਪਣ ਹੈ, ਇਹ ਬੁਰਾ ਕਰਮ ਕਰਦੀ, ਇੱਥੇ ਦੁਰਾਚਾਰੀ ਆਉਂਦੇ ਨੇ, ਇਹਨੇ ਗੰਦ ਪਾਇਆ ਸਾਡੇ ਬਾਜ਼ਾਰ ਦੇ ਵਿੱਚ, ਸਾਡੇ ਸ਼ਹਿਰ ਪਿੰਡ ਵਿੱਚ। ਉਹਦਾ ਨਾਂ ਅੱਜ ਵੱਡੇ ਵੱਡੇ ਸੰਤਾਂ ਤੇ ਮਹਾਤਮਾ ਦੇ ਮੁਖ ਦੇ ਵਿੱਚੋਂ ਸਤਿਕਾਰ ਨਾਲ ਲਿਆ ਜਾਂਦਾ ਹੈ। ਜਿਹੜੀ ਪੈਸੇ ਕਰਕੇ, ਗੁਜ਼ਰਾਨ ਕਰਕੇ, ਦੋ ਰੋਟੀਆਂ ਦੀ ਖਾਤਰ ਆਪਣਾ ਸਰੀਰ ਵੇਚਦੀ ਸੀ, ਉਹੀ ਗਨਕਾ ਲੋਕਾਂ ਦੀਆਂ ਰੋਟੀਆਂ ਦਾ ਸਾਧਨ ਬਣ ਗਈ। ਉਹਦਾ ਨਾਮ ਹੀ ਲੋਕਾਂ ਦੀਆਂ ਰੋਟੀਆਂ ਦਾ ਸਾਧਨ ਬਣ ਗਿਆ। ਅੱਜ ਗਨਕਾ ਦੇ ਨਾਂ ਦੇ ਉੱਤੇ ਵੱਡੇ ਵੱਡੇ, ਕਈ ਵਾਰੀ ਘੰਟਾ ਘੰਟਾ, ਡੇਢ ਡੇਢ ਘੰਟਾ ਪ੍ਰਸੰਗ ਸੁਣਾਉਂਦੇ ਨੇ ਸੰਤ, ਰਾਗੀ ਪ੍ਰਸੰਗ ਸੁਣਾਉਂਦੇ ਨੇ। ਉਹ ਜਿਹੜੇ ਗਨਕਾ ਦਾ ਪ੍ਰਸੰਗ ਸੁਣਾਉਂਦੇ ਨੇ, ਉਹਨਾਂ ਨੂੰ ਜਿੰਨੀ ਮਾਇਆ ਚੜ੍ਹਦੀ, ਉਹਨਾਂ ਦਾ ਆਧਾਰ ਬਣ ਗਈ ਨਾ ਗਨਕਾ। ਹੁਣ 2 ਘੰਟੇ ਕੋਈ ਰਾਗੀ ਸਿੰਘ, ਕੀਰਤਨੀ ਸਿੰਘ ਸ਼ਬਦ ਗਾ ਕੇ ਜਾਵੇ ਗਨਕਾ ਦਾ, ਹਜ਼ਾਰਾਂ ਰੁਪਏ ਉਹਦੇ ਅੱਗੇ ਆ ਕੇ ਢੇਰੀ ਹੋ ਜਾਂਦੇ ਨੇ। ਅੱਜ ਉਹਦਾ ਨਾਂ ਹੀ ਲੋਕਾਂ ਦਾ ਗੁਜ਼ਰਾਨ ਬਣ ਗਿਆ ਹੈ, ਉਹਦੇ ਨਾਂ ਨਾਲ ਹੀ ਲੋਕਾਂ ਦੇ ਗੁਜ਼ਾਰੇ ਚੱਲਦੇ ਨੇ। ਜਦੋਂ ਉਸ ਬਾਣੀ ਦੀ ਉਹਦੀ ਕਥਾ ਕਰਦਾ ਕੋਈ ਮਹਾਤਮਾ, ਉਸ ਮਹਾਤਮਾ ਨੂੰ ਨਮਸਕਾਰਾਂ ਹੁੰਦੀਆਂ ਨੇ। ਤੁਸੀਂ ਗਨਕਾ ਵੇਖੋ ਕਿੱਡੀ ਭਾਗਾਂ ਵਾਲੀ ਹੋ ਗਈ ਹੋਈ। ਜਦੋਂ ਕੋਈ ਗਨਕਾ ਦਾ ਸ਼ਬਦ ਪੜ੍ਹਦਾ, ਉਹ ਭੁੱਲੇ ਹੋਏ ਲੋਕੋ, ਜੀਵੋ ਧਿਆਨ ਦਿਓ। ਜਿਹੜੇ ਤੁਸੀਂ ਕਹਿੰਦੇ ਹੋ ਜੀਵਨ ਦੇ ਕੰਮ ਰੁਕ ਗਏ ਨੇ, ਤੇ ਤੁਸੀਂ ਸੰਤਾਂ ਕੋਲ ਆ ਕੇ ਸਿੱਧੀਆਂ ਦਾਤਾਂ ਮੰਗਦੇ ਜੇ। ਸਿੱਧੀਆਂ ਦਾਤਾਂ ਨਹੀਂ ਮਿਲਣੀਆਂ।
ਦਾਤਾ ਮੰਗੋ, ਜਿੱਥੇ ਦਾਤਾ ਆ ਗਿਆ ਉੱਥੇ ਦਾਤਾ ਆਪੇ ਆ ਜਾਣਗੀਆਂ। ਪਿਆਰਿਓ, ਜਿੱਥੇ ਦਾਤਾ ਆ ਗਿਆ, ਜਿੱਥੇ ਬ੍ਰਹਮ ਆ ਗਿਆ, ਜਿੱਥੇ ਸੰਤ ਆ ਗਿਆ, ਜਿੱਥੇ ਮਹਾਤਮਾ ਆ ਗਿਆ, ਜਿੱਥੇ ਸਤਸੰਗ ਆ ਗਿਆ, ਜਿੱਥੇ ਬਾਣੀ ਆ ਗਈ, ਉੱਥੇ ਦਾਤਾ ਆਪੇ ਆ ਜਾਣਗੀਆਂ। ਉੱਥੇ ਕਿਸੇ ਚੀਜ਼ ਦੀ ਕਮੀ ਰਹਿਣੀ ਹੈ। ਜੇ ਪਰਮੇਸ਼ਰ ਨੇ ਆਪਣੇ ਸੰਤਾਂ ਨੂੰ ਨਹੀਂ ਦੇਣਾ, ਆਪਣੇ ਬੱਚਿਆਂ ਨੂੰ ਨਹੀਂ ਦੇਣਾ, ਸਾਵਧਾਨ ਹੋ ਕੇ ਸੁਣੋ, ਜੇ ਪਰਮੇਸ਼ਰ ਨੇ ਆਪਣੇ ਪਿਆਰਿਆਂ ਨੂੰ ਨਹੀਂ ਦੇਣਾ, ਫਿਰ ਹੋਰ ਦੇਣਾ ਕਿਹਨੂੰ ਹੈ ਦੱਸੋ? ਜੇ ਉਹਨੇ ਆਪਣੀ ਬੰਦਗੀ ਕਰਨ ਵਾਲਿਆਂ ਨੂੰ ਨਹੀਂ ਦੇਣਾ ਤੇ ਉਹਨੇ ਦੇਣਾ ਕਿਹਨੂੰ ਹੈ? ਪਰ ਅਸੀਂ ਮਹਾਤਮਾ ਸੰਤਾਂ ਦਾ ਵਕਤ ਖਰਾਬ ਕਰਦੇ, ਬੇਮੌਸਮੀ ਚੀਜ਼ ਮੰਗਦੇ ਆ, ਜਿਸ ਕਾਰਨ ਕਰਕੇ ਉਹ ਵਿਘਨ ਪਿਆ ਸਾਡੇ ਪਰਿਵਾਰ ਦੇ ਵਿੱਚ, ਸਾਡੇ ਕੰਮ ਦੇ ਵਿੱਚ, ਸਾਡੇ ਜੀਵਨ ਦੇ ਵਿੱਚ, ਸਾਡੇ ਪਿੰਡ ਨਗਰ ਤੇ ਸ਼ਹਿਰ ਦੇ ਵਿੱਚ। ਅਸੀਂ ਉਹਦਾ ਕਾਰਨ ਨਹੀਂ ਖੋਜਦੇ ਵੀ ਇਹ ਵਿਘਨ ਕਿਉਂ ਪੈ ਗਿਆ, ਇਹ ਮਹਾਮਾਰੀ ਕਿਉਂ ਆ ਗਈ ਹੈ, ਇਹ ਲੋਕ ਕਿਉਂ ਮਰ ਰਹੇ ਨੇ। ਅਸੀਂ ਉਹਦਾ ਕਾਰਨ ਨਹੀਂ ਖੋਜਦੇ, ਅਸੀਂ ਸਿੱਧਾ ਕਹਿੰਦੇ ਆ ਅਰਦਾਸ ਕਰੋ ਜੀ ਠੀਕ ਹੋ ਜਾਏ। ਜੇ ਅਰਦਾਸਾਂ ਕਰਨ ਨਾਲ ਠੀਕ ਹੁੰਦਾ ਤੇ ਬੰਦਗੀ ਭਗਤੀ ਤੇ ਸਾਧਨਾ ਰਾਤਾਂ ਦੀ ਨੀਂਦ ਕਿੰਨੇ ਗਵਾਉਣੀ ਸੀ? ਜੇ ਅਰਦਾਸਾਂ ਕਰਨ ਨਾਲ ਕੰਮ ਠੀਕ ਹੁੰਦੇ ਤੇ ਭਗਤੀ ਕਿੰਨੇ ਕਰਨੀ ਸੀ? ਫਿਰ ਕੀ ਲੋੜ ਸੀ ਬ੍ਰਹਮ ਮੁਹੂਰਤ ਵੇਲੇ ਅੰਮ੍ਰਿਤ ਵੇਲੇ ਉੱਠਣ ਦੀ? ਫਿਰ ਤਾਂ ਅਸੀਂ ਆਪਣੀ ਜਿਹੜੀ ਲੱਗੀ ਹੋਈ ਜਨਮਾਂ ਦੀ ਮੈਲ ਹੈ, ਜਿਸ ਕਾਰਨ ਅਸੀਂ ਦੁਬਿਧਾ 'ਚ ਪਏ ਹੋਏ ਹਾਂ, ਜੋ ਸਾਡੇ ਜੀਵਨ 'ਚ ਕਮੀਆਂ ਆਈਆਂ ਨੇ, ਅਸੀਂ ਜਾਂਦੇ ਗ੍ਰੰਥੀ ਸਿੰਘ ਤੋਂ, ਪੰਡਤ ਪੁਜਾਰੀ ਤੋਂ ਜਾ ਕੇ ਅਰਦਾਸ ਕਰਾਉਂਦੇ, ਉਹਦੀ ਮੁੱਠੀ ਵਿੱਚ ਫੜਾਉਂਦੇ 500 ਦਾ ਨੋਟ, ਜਾਂ ਉਹਨੂੰ ਕੁਝ ਭੇਟਾ ਦਿੰਦੇ ਥੋੜੀ ਬਹੁਤ, ਉਹਨੂੰ ਕਹਿੰਦੇ ਕਰ ਦਿਓ ਪੰਡਤ ਜੀ, ਕਰ ਦਿਓ ਗ੍ਰੰਥੀ ਜੀ ਅਰਦਾਸ, ਸਾਡਾ ਕੰਮ ਠੀਕ ਹੋ ਜਾਏ। ਫਿਰ ਇਹ ਮੈਲ ਕਿੱਦਾਂ ਉਤਰਦੀ? ਪੁੱਛਿਆ ਕਿਸੇ ਰੱਬ ਨੂੰ, ਪਰਮਾਤਮਾ ਤੂੰ ਤਾਂ ਦਾਤਾ ਹੈ, ਤੂੰ ਤਾਂ ਨਿਰਭਉ ਤੇ ਨਿਰਵੈਰ ਹੈ, ਫਿਰ ਤੂੰ ਇਹ ਕਸ਼ਟ ਕਿਉਂ ਦੇਣਾ ਹੈ? ਇਹ ਜੀਵ ਤਾਂ ਤੇਰੇ ਬੱਚੇ ਨੇ, ਇਹ ਤਾਂ ਕੋਮਲ ਜਿੰਦਾਂ ਨੇ, ਇਹਨਾਂ ਨੂੰ ਮਨੁੱਖਾ ਜਾਮਾ ਬੜਾ ਔਖਾ ਮਿਲਿਆ, ਤੂੰ ਇਹਨਾਂ ਨੂੰ ਦੁੱਖ ਕਿਉਂ ਦੇਣਾ ਹੈ? ਤੇ ਪਰਮੇਸ਼ਰ ਨੇ ਕਿਹਾ, ਜਦੋਂ ਪੁੱਤਰ ਵਿਗੜ ਜਾਏ, ਜਦੋਂ ਕੋਈ ਬੱਚਾ ਕੁਰਾਏ ਪੈ ਜਾਏ, ਜਦੋਂ ਕੋਈ ਜੀਵ ਜਿਸ ਕੰਮ ਲਈ ਭੇਜੀਏ ਉਹ ਕੰਮ ਨਾ ਕਰੇ, ਤੇ ਉਹਨੂੰ ਉਹਦਾ ਕੰਮ ਯਾਦ ਕਰਾਉਣ ਵਾਸਤੇ ਮੇਰੇ ਕੋਲ ਇੱਕੋ ਹੀ ਹਥਿਆਰ ਹੈ। ਮੇਰੇ ਕੋਲ ਦੋ ਹੀ ਪੱਖ ਨੇ, ਇੱਕ ਸੱਚ ਤੇ ਇੱਕ ਝੂਠ। ਜਦੋਂ ਜੀਵ ਸੱਚ ਨੂੰ ਛੱਡ ਕੇ ਝੂਠ ਤੇ ਤੁਰੇਗਾ ਤੇ ਮੇਰੇ ਕੋਲ ਉਹਦੇ ਵਾਸਤੇ ਦੁੱਖ ਹੈ। ਕੀ ਹੈ? ਦੁੱਖ ਹੈ। ਜਦੋਂ ਕੋਈ ਸੱਚ ਤੇ ਤੁਰੇਗਾ ਤੇ ਮੇਰੇ ਕੋਲ ਉਹਦੇ ਵਾਸਤੇ ਸੁੱਖ ਹੈ। ਉਹ ਭਾਵੇਂ ਕੱਚੀ ਕੁੱਲੀ 'ਚ ਕਿਉਂ ਨਾ ਬੈਠਾ ਹੋਵੇ, ਮੈਂ ਉਹਨੂੰ ਸ੍ਰਿਸ਼ਟੀ ਦਾ ਰਾਜ ਦੇ ਦੇਣਾ ਜੇ ਕੋਈ ਸੱਚ ਤੇ ਪਹਿਰਾ ਦਿੰਦਾ ਹੈ। ਇਹਦਾ ਇਹ ਮਤਲਬ ਨਹੀਂ ਕਿ ਉਹ ਗਰੀਬ ਹੈ, ਉਹ ਘੱਟ ਪੜਿਆ, ਉਹਦੀ ਕੋਈ ਸੁਣਦਾ ਨਹੀਂ, ਉਹਦੇ ਨਾਲ ਕੋਈ ਬਹੁਤੀਆਂ ਫੌਜਾਂ ਜਾਂ ਬਹੁਤੇ ਬੰਦੇ ਨਹੀਂ। ਉਸ ਪਰਮੇਸ਼ਰ ਦਾ ਇੱਕ ਸੰਤੀ ਲੱਖਾਂ ਕਰੋੜਾਂ ਵਰਗਾ ਹੁੰਦਾ ਹੈ। ਇੱਕ ਉਹਦੀ ਦ੍ਰਿਸ਼ਟੀ ਲੱਖਾਂ ਤੇ ਕਰੋੜਾਂ ਵਰਗੀ ਹੋ ਜਾਂਦੀ ਪਰਮੇਸ਼ਰ ਦੀ। ਉਹ ਇੱਕ ਸੰਤੀ ਤਖਤੇ ਪਲਟ ਦਿੰਦਾ, ਤਖਤੇ ਪਲਟ ਦਿੰਦਾ ਹੈ। ਤੇ ਪਲਟਿਆ ਨਹੀਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਹੁਣ ਦਿਨ ਲੰਘ ਕੇ ਗਿਆ। ਠੀਕਰ ਬੋਰ ਦਲੀ ਸਿਰ ਪ੍ਰਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਿਓ ਆਨ। ਉਹ ਕਹਿੰਦੇ ਅਸੀਂ ਆਪਣੀ ਸ਼ਹੀਦੀ ਦਾ ਠੀਕਰਾ ਔਰੰਗਜ਼ੇਬ ਦੇ ਸਿਰ ਤੇ ਭੰਨਿਆ, ਇਹਦਾ ਤਪ ਖੀਣ ਕੀਤਾ।
ਇਹਨੇ ਜਿਹੜੇ ਜਨਮਾਂ ਜਨਮਾਂ ਦਾ ਇਹਦੀ ਕੁੱਲ ਨੇ ਰਾਜ ਲਿਆ ਹੋਇਆ ਸੀ, ਤਪੋ ਰਾਜ ਰਾਜੋ ਨਰਕ। ਉਹ ਕਹਿੰਦੇ ਇਹਨਾਂ ਨੇ ਆਪਣਾ ਰਾਜ ਪੁੱਠੇ ਕੰਮ ਕਰਕੇ ਇਹ ਖਰਾਬ ਕਰ ਲਿਆ। ਇਹਨਾਂ ਦਾ ਤਪ ਖੀਣ ਕਰਨ ਵਾਸਤੇ ਪਹਿਲਾਂ ਤਪ ਖੀਣ ਹੋਏਗਾ, ਫਿਰ ਰਾਜ ਦੀ ਜੜ ਪਟੀਚੇਗੀ। ਜਿਸ ਦਿਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਨੇ ਸੀਸ ਕਲਮ ਕੀਤਾ, ਉਹਨੇ ਸੀਸ ਉਤਾਰਿਆ, ਉਸ ਦਿਨ ਉਹਦੇ ਜਿਹੜਾ ਪੁੰਨ ਸੀ ਖੀਣ ਹੋ ਗਿਆ, ਉਹਦੇ ਰਾਜ ਦੀਆਂ ਜੜਾਂ ਹਿੱਲ ਗਈਆਂ। ਉਸ ਦਿਨ ਬੜਾ ਤੂਫਾਨ ਆਇਆ ਸੀ ਦਿੱਲੀ ਸ਼ਹਿਰ ਵਿੱਚ, ਬੰਦੇ ਨੂੰ ਬੰਦਾ ਨਹੀਂ ਸੀ ਵਿਖਦਾ। ਉਸੇ ਤੂਫਾਨ ਦੇ ਵਿੱਚ ਹੀ ਗੁਰੂ ਮਹਾਰਾਜ ਦਾ ਸਿੱਖ ਉਹਨਾਂ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਆਇਆ ਸੀ, ਭਾਈ ਜੈਤਾ। ਇਸ ਕਰਕੇ ਇੱਕ ਹੀ ਬਹੁਤ ਹੁੰਦਾ ਹੈ ਜੜਾ ਪੱਟਣ ਵਾਸਤੇ, ਪਰ ਤੁਸੀਂ ਮੰਗ ਗਲਤ ਰੱਖਦੇ ਹੋ। ਜੇ ਵੱਡੇ ਭਾਗਾਂ ਨਾਲ ਤੁਹਾਨੂੰ ਸੰਤ ਦੀ ਸੰਗਤ ਪ੍ਰਾਪਤ ਹੁੰਦੀ ਹੈ, ਪਹਿਲਾਂ ਤਾਂ ਹੁੰਦੀ ਨਹੀਂ, ਜੇ ਹੁੰਦੀ ਹੈ ਤੇ ਅਸੀਂ ਮੰਗ ਗਲਤ ਰੱਖਦੇ ਹਾਂ। ਪਾਠ ਪੂਜਾ ਕਰਨਾ ਇੱਕ ਡਿਫਰੈਂਟ, ਇੱਕ ਵੱਖਰਾ ਤਰੀਕਾ ਹੈ। ਤੁਸੀਂ ਮੁੱਲ ਦੀ ਭਗਤੀ ਕਰਾਉਨੇ ਹੋ, ਕੁਝ ਆਪ ਵੀ ਕਰ ਲੈਂਦੇ ਹੋ। ਇੱਕ ਸ਼ਬਦ ਨੂੰ ਵਾਰ-ਵਾਰ ਪੜ੍ਹੀ ਜਾਣਾ ਜਾਂ ਕਿਸੇ ਗ੍ਰੰਥ ਦਾ ਤੁਸੀਂ ਅਧਿਐਨ ਕਰਨਾ, ਉਹ ਵੱਖਰੀ ਚੀਜ਼ ਹੈ। ਸਾਧਨਾ ਕਰਨੀ ਵੱਖਰੀ ਚੀਜ਼ ਹੈ। ਸਾਧਨਾ ਕਰਨੀ ਵੱਖਰੀ ਚੀਜ਼ ਹੈ। ਜਪ ਤਪ ਕਰਨਾ ਵੱਖਰੀ ਚੀਜ਼ ਹੈ। ਤੁਸੀਂ ਕੋਈ ਇੱਕ ਸ਼ਬਦ ਪੜਨ ਲੱਗੇ, ਅਰਦਾਸ ਕਰਕੇ ਵੀ ਮਾਲਕਾ ਮੇਰਾ ਆਹ ਕੰਮ ਕਰੀ, ਤੇ ਜਦੋਂ ਤੁਸੀਂ ਬਾਣੀ ਸਿੱਧ ਹੈ, ਮੰਤਰ ਸਿੱਧ ਨੇ, ਸ਼ਾਸਤਰ ਸਿੱਧ ਨੇ, ਉਹ ਗੁਰੂਆਂ ਪੀਰਾਂ ਦੇ ਬਚਨ ਸਿੱਧ ਨੇ, ਜਦੋਂ ਤੁਸੀਂ ਕਿਸੇ ਵੀ ਨਿਰਮਲੇ ਉਦਾਸੀ ਕਿਸੇ ਵੀ ਮਹਾਤਮਾ ਦੀ ਬਾਣੀ ਪੜ੍ਹਦੇ ਹੋ ਤੇ ਉਹਦੇ ਵਿੱਚ ਸੰਕਲਪ ਲੈਂਦੇ ਹੋ, ਮਹਾਰਾਜ ਜੀ ਮੈਨੂੰ ਆ ਚਾਹੀਦਾ ਹੈ, ਉਸ ਬਾਣੀ ਦਾ ਮਾਲਕ, ਉਸ ਮੰਤਰ ਦਾ ਮਾਲਕ ਤੁਹਾਨੂੰ ਉਹ ਦਾਤ ਦਿੰਦਾ ਹੈ। ਪਰ ਤੁਸੀਂ ਇਸ ਤਰੀਕੇ ਨਾਲ ਦੁਨਿਆਵੀ ਦਾਤਾਂ ਲੈ ਸਕਦੇ ਹੋ, ਪਰ ਬ੍ਰਹਮ ਦੀ ਪ੍ਰਾਪਤੀ ਨਹੀਂ ਹੋਣੀ। ਬ੍ਰਹਮ ਦੀ ਪ੍ਰਾਪਤੀ ਬੋਧ ਨਾਲ ਹੁੰਦੀ ਹੈ। ਬੋਧ ਸ਼ਬਦ ਦੀ ਮਦਦ ਨਾਲ ਜਦੋਂ ਅਸੀਂ ਸਾਧਨਾ ਕਰਦੇ ਹਾਂ, ਉਦੋਂ ਫਿਰ ਸਾਨੂੰ ਬ੍ਰਹਮ ਦਾ ਬੋਧ ਹੁੰਦਾ ਹੈ। ਇਹ ਵੱਖੋ ਵੱਖਰੀ ਪੜ੍ਹਾਈ ਹੈ। ਫਿਰ ਸਮਝੋ, ਤੁਸੀਂ ਕਿਸੇ ਇੱਕ ਵਿਸ਼ੇਸ਼ ਸ਼ਬਦ ਜਾਂ ਮੰਤਰ ਦਾ ਜਾਪ ਕਰਕੇ, ਜਪ ਤਪ ਕਰਕੇ ਆਪਣੇ ਮਨ ਦਾ ਕੋਈ ਵੀ ਸੰਕਲਪ ਲੈ ਸਕਦੇ ਹੋ। ਮੇਰੇ ਘਰ 'ਚ ਸੁਖ ਸ਼ਾਂਤੀ ਆਵੇ, ਆ ਜਾਏਗੀ, ਇੱਕ ਦਾਤ ਮਿਲ ਜਾਏਗੀ। ਕੋਈ ਨੌਕਰੀ ਲੈਣੀ ਹੈ, ਗਰੀਬੀ ਕਟਾਉਣੀ ਹੈ, ਕੱਟੀ ਜਾਏਗੀ। ਪਰ ਜਿਹੜਾ ਜੀਵਨ ਦਾ ਮਨੋਰਥ ਹੈ, ਉਹ ਜਦੋਂ ਤੱਕ ਤੁਸੀਂ ਸ਼ਬਦ ਦੀ ਮਦਦ ਨਾਲ ਤੁਸੀਂ ਆਤਮ ਨਹੀਂ ਖੋਜਦੇ, ਤੁਸੀਂ ਸਾਧਨਾ ਨਹੀਂ ਕਰਦੇ, ਉਦੋਂ ਤੱਕ ਤੁਹਾਨੂੰ ਬ੍ਰਹਮ ਪ੍ਰਾਪਤ ਨਹੀਂ ਹੋਣਾ। ਬ੍ਰਹਮ ਕੇਵਲ ਸਾਧਨਾ ਨਾਲ ਪ੍ਰਾਪਤ ਹੋਣਾ ਹੈ। ਸਾਧਨਾ ਸ਼ਬਦ ਨਾਲ ਹੋਣੀ ਹੈ। ਸ਼ਬਦ ਜਹਾਜ਼ ਹੈ, ਉਸ ਜਹਾਜ਼ ਨੇ, ਸ਼ਬਦ ਤੁਹਾਡਾ ਸਾਧਨ ਹੈ। ਸ਼ਬਦ ਨੇ ਤੁਹਾਡੇ ਅੰਦਰ ਦਾ ਜਿਹੜਾ ਅੰਤःਕਰਣ ਦੀ ਮੈਲ ਹੈ, ਉਹਨੂੰ ਕੱਟਣਾ। ਹੁਣ ਇੱਕ ਭਗਤੀ ਮੁੱਲ ਦੀ ਕਰਨੀ, ਇੱਕ 40 ਦਿਨ ਬੰਦੇ ਨੇ ਮਿੱਥ ਲੈਣਾ, ਚਲੋ 40 ਦਿਨ ਹੀ ਕਰਨਾ ਹੈ, ਜਾਂ ਆਪਾਂ ਪੈਸੇ ਦੇ ਕੇ ਕੋਈ ਪਾਠ ਕਰਾ ਲੈਣਾ, ਮੰਤਰ ਦਾ ਜਾਪ ਕਰਾ ਲੈਣਾ, ਪੈਸੇ ਦੇ ਦੇਣੇ, ਇੱਕ ਕੰਮ ਲਈ ਜੀਵਨ ਲਾ ਦੇਣਾ। ਇਹ ਪਤਾ ਹੀ ਨਹੀਂ ਹੈਗਾ ਵੀ ਇਹ ਪ੍ਰਾਪਤੀ ਹੋਣੀ ਕਦੋਂ ਹੈ। ਹੁਣ ਉਹਦੇ ਵਾਸਤੇ ਤਾਂ ਹੌਸਲਾ ਵੱਡਾ ਚਾਹੀਦਾ ਨਾ। ਕਿਸੇ ਬੰਦੇ ਨੇ, ਕਿਸੇ ਜੀਵ ਨੇ ਜੀਵ ਨਾਲ ਮੰਨ ਲਓ ਪ੍ਰੇਮ ਕੀਤਾ, ਇਸ਼ਕ ਕੀਤਾ, ਕਿਸੇ ਵੀ ਚੀਜ਼ ਨਾਲ ਇਸ਼ਕ ਕੀਤਾ, ਕਿਸੇ ਨੇ ਖੁਦਾ ਨਾਲ ਕੀਤਾ, ਕਿਸੇ ਨੇ ਖੁਦਾ ਦੇ ਬੰਦੇ ਨਾਲ ਕੀਤਾ। ਹੁਣ ਤੁਹਾਨੂੰ ਜਿੱਦਣ ਤੁਸੀਂ ਇਸ਼ਕ ਕਰਦੇ ਹੋ, ਉਦੋਂ ਤੁਹਾਨੂੰ ਇਹ ਪਤਾ ਨਹੀਂ ਹੁੰਦਾ ਮੈਨੂੰ ਮੰਜ਼ਿਲ ਕਦੋਂ ਮਿਲਣੀ ਹੈ।
ते किथे जाके मिलनी है। ख्याल रखना, जेड़ा तुसी मिथ के शादी कराउंदे हो, तुहानू पता हुंदा है अज मंगना हो गया ते 6 महीनिਆਂ ਨੂੰ ਵਿਆਹ हो ही जाना। समझदे हो ना, दुनियावी लोग को समझदे हो गल। जेड़ी शादी तुसी किसी दे राही करदे हो, तुहानू पता हुंदा है ऐस दिन शादी कीती है, ऐस दिन असी मंगना कीता ते विआह के ले आए। किसी बंदे ने अपने दिल दी जान के इश्क कीता, वो इश्क किसी ने खुदा नाल कीता, किसी ने खुदा दे बंदे नाल कीता। हुण ओदी मंजिल दा पता नहीं हुंदा वो कदों मिलनी है। मिल जाए अज मिल जाए, ना मिले ते फरीद आंगू कागा करंग टंडोलिया सगला खाया मास। इश्क कीता फरीद जी ने अपने प्रीतम नाल, प्यारे नाल, रब नाल, अल्लाह नाल। ते बुजुर्ग दा शरीर हड्डियां मास छड़ गईयां, ते फिर भी आंदा ए दोए नैना मत छुओ फिर देखण की आस। फिर मतलब प्यारा देखण दी आस। हुण यही दुनियावी इश्क करन वाला अपनी मुहब्बत विच रब वेखदा है। जिहदे नाल ओह मुहब्बत करदा ओहदे वास्ते ओह रब है, ओहदे वास्ते ओह रब है। कोई रब नूं सीधा लभदा है ते कोई अपने प्यारे चों रब नूं लभ लैंदा है। गल इक्को ही है, पर जिहदी कोई हद बन्ना नहीं हैगा, उस बन्ने तुरन नूं साडा मन औखा। ये लम्मा राह है। जदों किसी नूं कहिए भी तू अमृत वेले उठिया कर, बाबा जी किन्ने दिन उठना पएगा, किन्ने के दिनां च काम बन जाएगा। फिर आखीदा ये आशिक नहीं है। फिर की आखीदा ये आशिक नहीं है, ये तो व्यापारी है। ये तो 40 दिन वाला सिमरन लभदा है भी 40 दिन करा लो तो जेड़ी मैनू चीज चाहिदी ओ ले लो, वो दे दियो। पर दुनिया दे उत्ते प्रेम करने वालियां दा, प्यार करने वालियां दा जिहड़ा कारवा है ना, जिहड़ी उन्हां दी गिणती है ना, भावें थोड़ी है, पर सच्चा इश्क करने वाले दुनिया ते हैगे। इस करके दुनिया हले खड़ी है। हले मतलब परस्त व्यापारी लोकां दी भावें गिनती वध गई है, पर रब चुन चुन कढी जांदा है। पर सच्चा प्रेम करने वालियां दी हले आबादी है विरले, बहुते नहीं, पर हले हैगे। इस करके तुसी भी इश्क करो। किदे नाल? परमात्मा नाल, रब नाल, खुदा नाल। किथे है खुदा? साडे अंदर है खुदा। रब साडे अंदर है। कौन दसदा है? गुरबाणी दसदी है, प्यारिया अंतर तेरे निधान है, बाहर वस्त ना भाग। बंदे तेरे अंदर रब बैठा है। तेरा माई, तेरा प्रीतम, तेरा प्यारा तेरे अंदर बैठा। जिवें तेरे अंदर बैठा है हर एक दे अंदर बैठा। जिवें तेरे अंदर बैठा उवें हर एक दे अंदर बैठा। तू ओदे नाल प्यार कर, प्यारी कर। सच कहूं, मेरे 10वें पातशाह ने क्लियर किया सी, कल भी वचन कीता सी, सच कहूं सुन लियो सबे, जिन प्रेम कियो तिन ही प्रभ पायो। हुण प्रभ की है? तुहाडी आत्मा प्रभ है। तुहाडी आत्मा परमात्मा है। तुहाडी आत्मा शुद्ध है। ये जिहड़ा सुभाव है ना, किसी ने पूछया मैनूं, वो कहंदे जी अंदर परमात्मा है ते फिर बंदा गुनाह क्यों करदा है?
ਇਹ ਰੱਬ ਹੀ ਗੁਨਾਹ ਕਰਾਈ ਜਾਂਦਾ ਹੈ। मैं क्या भाई ये ज्ञान जिहड़ा है ये किताबां चों नहीं मिलता, ये ज्ञान मुल नहीं मिलता। ये तो तली ते रख, खन्नियों तिखी वालों निक्की, इत मार्ग जाना आ तेनों विखावा। रब तेरे अंदर बैठा है, रब दा सुभाव की है ते ये जिहड़ा गुनाह करदा पिया ओहदा सुभाव की है। ये गुनाह कौन करदा पिया ते परमात्मा अंदर बैठा ओहदी हालात की ने, वो किस आनंद विच बैठा है समझ लो। ओनू तां नहीं दस्सिया, मैं तुहानू दसदा। आत्मा दा कोई अपना सुभाव नहीं है। आत्मा सदैव काल सुन दे विच आनंद च रहिंदी है, आनंद च। और आनंद दा जेड़ा दाता है वो अनंत है, जिहदा अंत कोई नहीं। जेड़ा इस सृष्टि नहीं, इहो जिहियां कई सृष्टियां दा मालक है, ओदी पावर दा तुसी अंकलन ही नहीं कर सकदे, तुसी सोच भी नहीं सकदे। दुनिया ते इहो जिहा कोई दिमाग ब्रेन ही नहीं बनिया जिहड़ा परमात्मा दी ताकत नूं अंक लवे। इत्थे तक गुरु नानक वर्गे दरवेशां ने कह दिता, गुरु नानक वर्गे आप निरंकार परमेश्वर ने कह दिता, जा करता सृष्टि को साजे आपे जाने सोए। वो कहंदे तुसी की इस गल तो लेना है, ते तो अपना आप धाड़े जानिया नहीं गया ते तू जानन तुर पिया रब नूं। अनंत दा अंत नहीं हुंदा। तुहाडी आत्मा उस अनंत दी किरण है, जिवें सूरज दी किरण सूरज तो वखरी नहीं। जदों सूरज किसी देश नूं छड्ड के दूजे देश जांदा, भाव धरती घुमदी है, हनेरा हुंदा है, ये नहीं हैगा किरण इत्थे रह जाए ते सूरज गांह चला जाए। सूरज दी किरण उहदे नाल ही चली जाती है। वो एक दुनियावी सूरज है, सृष्टि नूं चानण दे रहा है। परमेश्वर घट घट विच समाया है, इस करके उस परमेश्वर दी किरण तुहाडे अंदर है, उहदे तो वखरी नहीं है। तुसी जदों किरण नूं पुछोगे तू कौन है, वो कहेगी मैं सूरज हां। जदों सूरज नूं पुछोगे तू कौन है, ये किरण तेरी है, वो कहेगा हाय मेरी है। इसी तरह आत्मा ही परमात्मा है, लेकिन ये तेरे वड्डे भागां नाल तेनू मनुखा देही मिली, एक समझण दा मौका मिलिया। मौका ये वारी मिली है, किसे जूनी च नहीं समझिया जाना कि अंदर मालक बैठा है। किसे हाथी घोड़े गधे नूं नहीं पता, सियाणे तो सियाणे जानवर नूं नहीं पता कि मेरे अंदर ब्रह्म है, जोत है, मालक है। ये केवल मनुख है, उन्होंने बुद्धि दिती, इस करके तीव्र बुद्धि दिती, तेज बुद्धि दिती। काम वड्डा है, जिन्नी छेती हो सके अपनी मंजिल नूं प्राप्त कर ले। की पता सी खुदा नूं इस तीव्र बुद्धि नाल ये लोकां दे अगे खड्डे खटने शुरू कर देगा। ये सच नूं छड्ड के ये झूठ दे पलड़े च बह जाएगा। ये जीवन दा मनोरथ छड्ड के इहनूं भेजिया उथे कारज करन लई। ये उथे डूंघियां डूंघियां नीआं खटा के ते 15-15 मंजिलां दे फ्लैट बना के बह जाएगा। ये खुदा नूं थोड़ी पता सी। खुदा ने तां इस करके ये बुद्धि दिती सी कि ये जिन्नी समा कलयुग दा है, जिन्नी जल्दी हो सके आपदा काम नवेड़े। पर बंदिया तू धोखा किसे नाल नहीं कीता ना, तू धोखा आपदे नाल करदा पिया। और धोखा कराउंदी पई है तेरी बुद्धि। पढ़े लिखे लोग संतां महात्मा दीयां गल्लां ते किंतु कर देंदे। पढ़े लिखे लोग महात्मा नूं सवाल खड़े कर देंदे। ओ शर्म करो, पा ना पढ़ी ते वक्त नूं फड़ी।
ਤੁਸੀਂ ਬ੍ਰਹਮ ਦੀ ਹੜੇ ਇੱਕ ਕਲਾਸ ਨਹੀਂ ਲਾਈ, 4 ਦਿਨ ਤੁਸੀਂ ਉੱਠੇ ਨਹੀਂ, 2 ਪੰਕਤੀਆਂ ਦਾ ਤੁਹਾਨੂੰ ਗਿਆਨ ਹੋ ਗਿਆ ਤੇ ਤੁਸੀਂ ਰੱਬ ਨਾਲ ਮੱਥਾ ਲਾਉਂਦੇ ਪਏ, ਜਿਨ੍ਹਾਂ ਨੇ ਆਪਦਾ ਸਾਰਾ ਜੀਵਨ ਲਾ ਕੇ ਆਪਣੇ ਆਪ ਨੂੰ ਪਰਮੇਸ਼ਰ ਬਣਾ ਲਿਆ, ਜਿਨ੍ਹਾਂ ਦੀ ਖੁਦਾ ਨਹੀਂ ਮੋੜਦਾ, ਜਿਨ੍ਹਾਂ ਦੀ ਰੱਬ ਨਹੀਂ ਮੋੜਦਾ, ਤੁਸੀਂ ਉਹਨਾਂ ਦੇ ਅੰਤਰੇ ਲੈਂਦੇ ਹੋ, ਤੁਸੀਂ ਉਹਨਾਂ ਨੂੰ ਪਰਖਦੇ ਹੋ, ਉਹਨਾਂ ਨੂੰ ਐਸੇ ਐਸੇ ਸਵਾਲ ਕਰਦੇ ਹੋ, ਭਲਾ ਕੀ ਜਵਾਬ ਆਉਂਦਾ ਹੈ? ਕੱਲ ਸੰਤਾਂ ਨੇ ਕਿਹਾ ਸੀ ਅੱਗ ਨਾਲ ਨਹੀਂ ਖੇਡੀਦਾ, ਜਦੋਂ ਅੱਗ ਦਾ ਮੂਡ ਬਦਲ ਜਾਏ ਕਿਸੇ ਨੂੰ ਨਹੀਂ ਛੱਡਦੀ, ਇਹ ਜਲਾ ਦਿੰਦੀ। ਜਦੋਂ ਅੱਗ ਆਪਣੇ ਸੁਭਾਅ ਤੇ ਆ ਜਾਏ, ਮਹਾਤਮਾ ਕੋਲ ਇਹ ਸਾਰੀਆਂ ਸ਼ਕਤੀਆਂ ਮੌਜੂਦ ਹੁੰਦੀਆਂ ਨੇ, ਉਹਦੇ ਕੋਲ ਅੱਗ ਵੀ ਹੈ, ਉਹਦੇ ਕੋਲ ਪਾਣੀ ਵੀ ਹੈ, ਉਹਦੇ ਕੋਲ ਤੂਫਾਨ ਵੀ ਹੈ, ਉਹਦੇ ਕੋਲ ਹਨੇਰਾ ਵੀ ਹੈ, ਉਹਦੇ ਕੋਲ ਚਾਨਣ ਵੀ ਹੈ। ਦੁਨੀਆ ਦੀਆਂ ਜਿੰਨੀਆਂ ਬੁਰੀਆਂ ਤਾਕਤਾਂ ਸ਼ਕਤੀਆਂ ਨੇ ਸਭ ਸਾਧੂ ਦੇ ਥੱਲੇ ਕੰਮ ਕਰਦੀਆਂ ਨੇ, ਚੰਗੀਆਂ ਤਾਕਤਾਂ ਵੀ ਸਾਰੀਆਂ ਸੰਤ ਦੇ ਥੱਲੇ ਕੰਮ ਕਰਦੀਆਂ। ਸੰਤ ਸਰਕਾਰ ਹੁੰਦਾ ਹੈ, ਹੋਵੇ ਸਹੀ ਸੰਤ, ਹੋਵੇ ਸਹੀ ਸੰਤ। ਅਰਦਾਸ ਕਰੋ ਪ੍ਰਮਾਤਮਾ ਭਾਗ ਖੋਲ ਸਾਡੀ ਜ਼ਿੰਦਗੀ 'ਚ ਇੱਕ ਸੰਤ ਆ ਜਾ, ਇੱਕ। हे ਗਰੀਬ ਨਵਾਜ, ਇੱਕ ਸੰਤ ਦੇ ਦੇ, ਇੱਕ ਬ੍ਰਹਮ ਗਿਆਨੀ ਦੇ ਦੇ ਮੈਨੂੰ ਜੀਵਨ ਦੇ ਵਿੱਚ। ਇੱਕ ਬ੍ਰਹਮ ਗਿਆਨੀ ਤੁਹਾਨੂੰ ਬ੍ਰਹਮ ਨਾਲ ਮਿਲਾ ਦੇਗਾ, ਮਿਲਾ ਦੇਗਾ। ਜਿਹੜਾ ਦੁਨਿਆਵੀ ਜਗਿਆਸੂ ਦੁਨਿਆਵੀ ਜੀਵ ਇੱਕ ਵਾਰੀ ਕਿਸੇ ਸੰਤ ਮਹਾਤਮਾ ਨਾਲ ਮਿਲਿਆ, ਭਾਵੇਂ ਉਹ ਕੈਸਾ ਵੀ ਸੀ, ਭਾਵੇਂ ਉਹ ਕਿੰਨਾ ਗੁਨਾਹਗਾਰ ਸੀ, ਕਿੰਨਾ ਹੀ ਰੱਬ ਤੋਂ ਦੂਰ ਸੀ, ਬਸ ਜਦੋਂ ਕੋਈ ਦੁਨਿਆਵੀ ਜੀਵ ਆਪਣਾ ਆਪ ਸਮਰਪਣ ਕਰ ਦਿੰਦਾ, ਆਪਣੀ ਬੁੱਧੀ ਤੇ ਆਪਣੀ ਸੋਚ ਨੂੰ, ਆਪਣੀ ਅਕਲ ਨੂੰ ਤਾਲੇ ਲਾ ਦਿੰਦਾ, ਆਪਣਾ ਜੀਵਨ ਕਿਸੇ ਸੰਤ ਨੂੰ ਭੇਟ ਕਰ ਦਿੰਦਾ, ਫਿਰ ਗੂੰਗਾ ਬੋਲਾ ਤੇ ਅੰਨਾ ਬਣ ਜਾਂਦਾ, ਫਿਰ ਸੰਤ ਦੇ ਦੱਸੇ ਮਾਰਗ ਤੇ ਤੁਰਦਾ, ਕੇਵਲ ਤੇ ਕੇਵਲ ਆਪਣੀ ਬੁੱਧੀ ਨਹੀਂ ਵਰਤਦਾ, ਕੇਵਲ ਆਪਣੀ એનર્ਜੀ, ਆਪਣੀ ਤਾਕਤ ਵਰਤਦਾ, ਉਸ ਤਾਕਤ ਨਾਲ ਸੰਤ ਦੇ ਦੱਸੇ ਮਾਰਗ ਤੇ ਚੱਲਦਾ, ਫਿਰ ਉਹ ਮਾਰਗ ਸਿੱਧਾ ਬ੍ਰਹਮ ਨੂੰ ਜਾਂਦਾ। ਇਸ ਕਰਕੇ ਤੁਹਾਡੀ ਆਤਮਾ ਜਿਹੜੀ ਹੈ ਉਹ ਆਨੰਦ ਵਿੱਚ ਰਹਿੰਦੀ ਹੈ। ਇਸ ਆਤਮਾ ਦੇ ਰਿਫਲੈਕਸ਼ਨ ਨਾਲ, ਇਸ ਆਤਮਾ ਦੇ ਫੋਕਸ ਨਾਲ ਇੱਕ ਤੁਹਾਡਾ ਮਨ ਹੈ, ਮਨ ਬਣਿਆ। ਸਰੀਰ ਦਾ ਸੰਚਾਲਨ ਕਰਨ ਵਾਸਤੇ ਪਰਮੇਸ਼ਰ ਨੇ ਬੁੱਧੀ ਦਿੱਤੀ, ਉਸ ਬੁੱਧੀ ਚੱਲਦੀ ਕਿਹਦੇ ਨਾਲ ਹੈ? ਉਹ ਪਾਵਰ ਲੈਂਦੀ ਹੈ ਆਤਮਾ ਤੋਂ। ਉਹ ਜਿਹੜੀ ਪਾਵਰ ਹੈ, ਉਹ ਜਿਹੜੀ ਲਾਈਟ ਹੈ, ਉਹ ਲਾਈਟ ਅੰਤःਕਰਨ ਚੋਂ ਹੋ ਕੇ ਬੁੱਧੀ ਤੇ ਪੈਂਦੀ ਹੈ ਤੇ ਫਿਰ ਬੁੱਧੀ ਅੱਗੇ ਕੰਮ ਕਰਦੀ ਹੈ। ਜੇ ਕਿਸੇ ਬੰਦੇ ਦੀ ਉਹਦਾ ਅੰਤःਕਰਨ ਵੇਖਣਾ ਹੋਵੇ ਤੇ 10 ਮਿੰਟ ਬਹਿ ਕੇ ਉਹਦੇ ਨਾਲ ਗੱਲ ਕਰ ਲਓ, ਤੁਹਾਨੂੰ ਉਹਦਾ ਅੰਤःਕਰਨ ਪਤਾ ਲੱਗ ਜਾਏਗਾ ਕਿਹੋ ਜਿਹਾ। ਉਹਦੀਆਂ ਅੱਖਾਂ ਦੀ ਮੈਲ, ਉਹਦੇ ਕੰਨਾਂ ਦਾ ਰਸ, ਉਹਦੇ ਸਰੀਰ ਦੀ ਉਠਕ ਪੈਠਕ, ਉਹਦਾ ਸਹਿਜਪਣ ਤੁਹਾਨੂੰ 5 ਮਿੰਟਾਂ 'ਚ ਦੱਸ ਦੇਗਾ ਇਹਦਾ ਅੰਤःਕਰਨ ਕਿੱਡਾ ਮੈਲਾ ਹੈ। ਕਿ ਉਹ ਸਾਰਾ ਕੰਮ ਉਹਨੇ ਬੁੱਧੀ ਨਾਲ ਕਰਨਾ, ਉਹਨੇ ਵੇਖਣਾ ਵੀ ਬੁੱਧੀ ਨਾਲ। ਤੁਹਾਡੀ ਕੋਈ ਧੀ ਭੈਣ ਚਾਹ ਲੈ ਕੇ ਆਈ ਹੈ, ਉਹ ਕਾਣੀ ਅੱਖ ਨਾਲ ਉਹਨੂੰ ਵੇਖਦਾ ਰਹੇ। ਤੁਹਾਡੇ ਘਰ ਦੇ ਵਿੱਚ ਕੋਈ ਕੀਮਤੀ ਚੀਜ਼ ਪਈ ਹੈ, ਉਹਦਾ ਧਿਆਨ ਐ ਚੱਕ ਚੱਕ ਕੇ ਵੇਖੇਗਾ ਸਿਰੀ। ਜੇ ਕੋਈ ਗੱਲ ਪੁੱਛੇਗਾ ਆਪਣਾ ਕੀ ਕਾਰੋਬਾਰ, ਕਿੰਨੇ ਕੁ ਪੈਸੇ ਬਣ ਜਾਂਦੇ, ਉਹ ਜਿੰਨਾ ਵੀ ਉਹਦੇ ਜਿਹੜੇ ਆ ਗਿਆਨ ਇੰਦਰੇ ਨੇ, ਕੰਨ, ਅੱਖਾਂ, ਨਾਸਕਾ, ਮੁਖ, ਇਹਨਾਂ ਦੇ ਅੰਦਰੋਂ ਜੋ ਨਿਕਲੇਗਾ ਨਾ, ਉਸ ਤਰ੍ਹਾਂ ਦਾ ਉਹਦਾ ਅੰਤःਕਰਨ ਹੈ। ਪੰਚਾਂ ਕਾ ਗੁਰ ਏਕ ਧਿਆਨ, ਇਹਨਾਂ ਪੰਜਾਂ ਦਾ ਮਾਲਕ ਹੈ ਧਿਆਨ, ਬੁੱਧੀ। ਤੇ ਜਿਸ ਤਰ੍ਹਾਂ ਦਾ ਅੰਤःਕਰਨ ਹੁੰਦਾ ਹੈ, ਅੰਤःਕਰਨ ਦੇ ਵਿੱਚੋਂ ਹੋ ਕੇ ਆਤਮਾ ਦੀ ਲਾਈਟ ਜਦੋਂ ਮਨ ਤੇ ਪੈਂਦੀ ਹੈ,
उस तरह का फिर उसका मन बन जाता है। जिहदा मन गंदा है उहदा समझो अंतःकरण गंदा है। जिहदा मन आलसी है उहदा समझो अंतःकरण आलसी है, हले भाग नहीं खुलिया, हले उहदे भागां दे विच बड़ी कमजोरी है। संतां ने कहा रात नूं उठ, उठदा है धौन थले डिग पैंदी, हले अंदर लिव नहीं लगी, खिच नहीं हैगी। ते जिहदी अंदर खिच है भावें शरीर उहदा थकिया भी होया, वो पिया पिया ही आपदे आनंद च रहिंदा है, पिया ही शरीर आराम करी जांदा है, सुरत आपदे मालक नाल झूटे लई जांदी है। सुरत अपने मालक नाल अपनी आत्मा नाल खेडा करदी है, उहदा आनंद माणदी है। ऐसा हुंदा है, ये पढ़ाई है। इस करके मैं उन्होंने कहा सी आजा तेनू सिखावा खन्ने तिखी वालों निकी इत मार्ग जाना। ये मार्ग की है? ये ब्रह्म ज्ञान एडा तिखा है, ये जिन्ना कुछ भी झूठ है ना, झूठ जिन्नी गंदगी है, जिन्नी बुराई है, उन्हें वड वड के सिट दिंदा। तुहानू पता लग गया, तुहाडे हथ नूं मर्च लगी हुई है, तुसी ओ अख ते हथ लाओगे, जे लाओगे तो फिर पछताओगे। जे तुसी लगन जो बेहोशी चो तुहानू ज्ञान नहीं हैगा। मैं हुणे हुणे हथ किथे पा के आया, पहली गल तां जे होश च तो लाओगे नहीं, जे लाओगे फिर मर्च दस देगी, फिर अगली बारी बेहोशी उड़ जाएगी, फिर 2-3 घंटे का आराम है। महाराज ना करे वही हथ किते होर लग जान शरीर दे, फिर ज्यादा काम हो जाता। इसी तरह संसार विष है, जहर है, माया गुजरान है। जिन्नी लोड़ होए, जदों बंदियां तो लोड़ तो वध चाहण लग पिया, समझी जहर इकट्ठी करन लग पिया। जे तेरा घर 10,000 रुपये नाल कोई पिंड दा घर चलदा है, शहर दा घर लाख रुपये नाल चलदा है, जिस दिन तू ये सोचिया भी हुण लाख रुपये तो ज्यादा आउण लग पे, समझी तू विष इकट्ठी करन लग पिया। ये किसी टाइम भी ये डंग मारेगी तेनू, किसी टाइम ये तेरा सिमरन खराब कर देगी, बंदगी खराब कर देगी। ये पैसा तेरा ध्यान खिंचन लग जाएगा। किसी साधु दे थैले दे विच सोने दी इट सी, किसी ने दान की, किसी साधु सोने दी इट दान की, ते चेला ते गुरु दोनों चले तीर्थ नहाउण वास्ते तुर पे। जदों तीर्थ नहाउण वास्ते तुर पे, हुण गुरु ने वो थैला जिहड़ा सी गल च पाया होया, ਉਹਨੂੰ ਛੱਡੇ ना रात ਨੂੰ ध्यान लगे, वो डेरे च भी ना छड्डिया भी जे डेरे च छड्ड गए ते ध्यान पिछे रहेगा, उदों ताले खुले होंदे नहीं सी, कोई लुट के ना ले जाए। हुण जिहड़ी सोने दी इट, साधु दा सोने दी इट नाल मतलब की? ते तुसीं वेखदे हो जिहड़े सोना रखी बैठे ने उन्हां दा की बनिया बैठा है। चलो रहो विचार, असीं उधर नहीं जाना। वो सोने दी इट कहण दा समझाउण दा तरीका है, अगे इहनूं जिथे जिथे मर्जी ला लिओ। ਜਿਹੜੇ ਬੈਂਕਾਂ ਦੇ ਵਿੱਚ ਵੱਧ ਧਨ ਰੱਖ ਕੇ ਬੈਠੇ, ਕਿਹਦਾ 20 ਲੱਖ ਜਮਾ, ਕਿਸੇ ਦਾ 30 ਲੱਖ ਜਮਾ, ਇਹ ਵੀ ਸੋਨੇ ਦੀ ਇੱਟ ਹੀ ਪਈ ਉਹਨਾਂ ਦੇ ਬੈਗ ਦੇ ਵਿੱਚ। ਬਸ ਉਹ ਸੋਨੇ ਦੀ ਇੱਟ ਉਹਦੇ ਬੈਗ ਦੇ ਵਿੱਚ ਥੈਲੇ 'ਚ ਤੇ ਕੁੰਭ ਨਹਾਉਣ ਤੁਰ ਪਏ। ਉਹ ਸੋਨੇ ਦੀ ਇੱਟ ਨੇ ਸਾਰਾ ਕੁੰਭ ਖਰਾਬ ਕਰ ਦਿੱਤਾ। जिथे बवे बाबा सोने दी इट अगे कले किसी को पता ना लग जाए, कदे झगे थले देवे, कदे सराणे थले देवे, सारी सारी रात उठ उठ के वेखे, कोई ले ना जाए। चेला जिहड़ा सी वो थोड़ा जिहा गुरु कृपाला सी, वड्डे दिल दा सी। उन्हें की कीता, जदों गंगा ते नहाउण गए ना ते उन्हें चुप करके सोने दी इट चुक के सिटती नदी च, ओदी जगह ते उन्हें
ਮਿੱਟੀ ਦੀ ਇੱਟ ਜਿਹੜੀ ਸੀ ਉਹ ਪਾਤੀ। ਉਹ ਜਦੋਂ ਪਾਤੀ, ਇੱਕ ਅੱਧਾ ਦਿਨ ਬੀਤਿਆ, ਤੁਹਾਨੂੰ ਪਤਾ ਕੁੰਭ ਮਹੀਨਾ ਚੱਲਦਾ। ਜਦੋਂ ਇੱਕ ਅੱਧਾ ਦਿਨ ਬੀਤਿਆ, ਕਹਿੰਦਾ ਮਹਾਰਾਜ ਜੀ ਕੀ ਗੱਲ ਤੁਸੀਂ ਇਹ ਥੈਲੇ ਨੂੰ ਬੜਾ ਘੁੱਟ ਕੇ ਰੱਖਦੇ ਹੋ, ਇਹਦੇ ਚ ਕੀ ਹੈ? ਕੋਈ ਕੀਮਤੀ ਚੀਜ਼ ਲੱਗਦੀ ਹੈ? ਕਹਿੰਦੇ ਹਾਂ ਪੁੱਤਰ, ਇਹਦੇ ਚ ਬਹੁਤ ਕੀਮਤੀ ਚੀਜ਼ ਹੈ। ਕਹਿੰਦੇ ਕੀ ਹੈ, ਮੈਨੂੰ ਦਿਖਾਓ ਤਾਂ ਸਹੀ। ਖੜੇ ਪੈ ਗਿਆ। ਸਾਧੂ ਵਿਖਾਵੇ ਨਾ, ਕਹਿੰਦਾ ਮਹਾਰਾਜ ਵਿਖਾਓ ਹੈ ਕੀ ਇਹਦੇ ਚ? ਜਦੋਂ ਉਹਨੇ ਨਾ ਵਿਖਾਇਆ, ਕਹਿੰਦਾ ਮਹਾਰਾਜ ਇਹਦੇ ਚ ਸੋਨੇ ਦੀ ਇੱਟ ਸੀ, ਚਿਮਕਣੀ ਜੀ ਸੀ, ਚਿਲਕਦੀ ਸੀ, ਸੋਨੇ ਰੰਗੀ ਸੀ, ਸੁਨਹਿਰੀ ਰੰਗ ਦੀ ਸੀ। ਕਹਿੰਦਾ ਹਾਂ। ਕਹਿੰਦਾ ਉਹ ਤਾਂ ਮੈਂ ਨਦੀ ਸਿੱਟ ਦਿੱਤੀ। ਕਹਿੰਦਾ ਆ ਕੀ ਹੈ? ਕਹਿੰਦਾ ਇਹ ਮਿੱਟੀ ਦੀ ਇੱਟ ਮਾਰੀ ਚਲਾ। ਕਹਿੰਦਾ ਮੈਂ ਇਹਦੀ ਰਾਖੀ ਕਰਦਾ ਪਿਆ, ਤੂੰ ਮੈਨੂੰ ਪਹਿਲਾਂ ਨਹੀਂ ਦੱਸਿਆ ਵੀ ਮੈਂ ਸਿੱਟ ਦਿੱਤੀ ਹੈ। ਕਹਿੰਦਾ ਤੇਰਾ ਭਲਾ ਹੋਵੇ, ਮੇਰੇ ਕੋਲ ਏਡਾ ਜਿਗਰਾ ਨਹੀਂ ਸੀ, ਮੈਂ ਉਹਨੂੰ ਸਿੱਟ ਦਿੱਤਾ। ਚੇਲਾ ਆਂਦਾ ਮੈਂ ਕਿਹਾ ਮੇਰੇ ਗੁਰੂ ਦਾ ਸਕੂਨ ਖਰਾਬ ਹੋ ਗਿਆ। ਇਹ ਅੱਗੇ ਬ੍ਰਹਮ ਵਿਚਾਰ ਨਾਲ ਜੁੜੇ ਰਹਿੰਦੇ ਸੀ, ਸਾਰਾ ਦਿਨ ਮੈਨੂੰ ਗੱਲਾਂ ਸੁਣਾਉਂਦੇ ਸੀ, ਸਾਰਾ ਦਿਨ ਰੱਬ ਦੇ ਨਾਲ ਜੁੜਦੇ ਸੀ, ਸਾਧਨਾ ਲਾਉਂਦੇ ਸੀ। ਹੁਣ ਜਦੋਂ ਬਹਿੰਦੇ ਨੇ, ਕਦੀ ਉਹਨੂੰ ਥੱਲੇ ਲੈ ਲੈਂਦੇ ਨੇ, ਕਦੀ ਉਹਨੂੰ ਸਿਰ ਤੇ ਚੁੱਕ ਲੈਂਦੇ ਨੇ, ਕਦੇ ਗਲ ਚ ਪਾ ਲੈਂਦੇ ਨੇ, ਤਾਂ ਕਹਾਣੀ ਬੜੀ ਖਰਾਬ ਹੋ ਗਈ। ਤੇ ਜਦੋਂ ਸਾਧੂ ਨੇ ਉਹਨੂੰ ਪਤਾ ਲੱਗਿਆ, ਉਹਨੇ ਕਿਹਾ ਇਹ ਮੈਨੂੰ ਕਿਉਂ ਨਹੀਂ ਦੱਸਿਆ, ਤੂੰ ਇਹਦਾ ਕਿਉਂ ਰਾਖੀ ਕਰਦਾ ਪਿਆ? ਅੱਖਾਂ ਖੁੱਲ ਗਈਆਂ। ਇਸੇ ਤਰ੍ਹਾਂ ਇਸ ਸੰਸਾਰ ਦੇ ਵਿੱਚ ਜਿੰਨੀਆਂ ਵੀ ਦਾਤਾਂ ਨੇ ਗੁਜ਼ਰਾਨ ਹੈ, ਲੋੜ ਤੋਂ ਜ਼ਿਆਦਾ ਅੱਧਾ ਚਮਚ ਵੀ ਨਮਕ ਤੁਹਾਡੀ ਕੌਲੀ ਦੇ ਵਿੱਚ ਵੱਧ ਪੈ ਜਾਏ, ਉਹ ਜ਼ਹਿਰ ਬਣ ਜਾਂਦਾ ਹੈ। ਇੱਕ ਚਮਚ ਤੁਸੀਂ ਚਾਹ ਬਣਾਉਂਦੇ ਹੋ, ਇੱਕ ਚਮਚ ਦੀ ਜਗ੍ਹਾ ਤੇ 2 ਚਮਚ ਚੀਨੀ ਪੈ ਜਾਏ, ਉਹ ਜ਼ਹਿਰ ਬਣ ਜਾਂਦਾ ਹੈ। ਦੁਨੀਆ ਦੇ ਲੋਕੋ ਸਮਝੋ ਕਹਾਣੀ, ਸਮਝੋ। ਮਾਲਕ ਸਾਨੂੰ ਵੀ ਸਮਝਣ ਦੀ ਤੌਫੀਕ ਬਖਸ਼ੇ। ਰਸਤਾ ਕੀ ਹੈ? ਸ਼ਬਦ ਦਾ ਰਸਤਾ ਹੈ। ਸ਼ਬਦ ਕੀ ਹੈ? ਸ਼ਬਦ ਹੈ ਜਦੋਂ ਸਾਧਨਾ ਚ ਬਹਿੰਦਾ, ਕੋਈ ਮਹਾਤਮਾ ਬਿਠਾਉਂਦਾ ਸਾਧਨਾ ਚ, ਫਿਰ ਇਹ ਸ਼ਬਦ ਨੂੰ ਅਸੀਂ ਆਪਣੇ ਸਵਾਸਾਂ ਰਾਹੀਂ, ਧੁਨ ਰਾਹੀਂ, ਧਿਆਨ ਰਾਹੀਂ ਇਹਨੂੰ ਆਪਣੇ ਅੰਦਰ ਚਲਾਉਣਾ। ਸ਼ਬਦ 2 ਤਰੀਕਿਆਂ ਨਾਲ ਸਮਝ ਆਉਂਦਾ, ਸਮਝ ਲਓ ਧਿਆਨ। ਇੱਕ ਸ਼ਬਦ ਜਦੋਂ ਬੋਲਿਆ ਜਾਂਦਾ ਹੈ ਤੇ ਦੂਜਾ ਉਹਨੂੰ ਸੁਣਿਆ ਜਾਂਦਾ ਹੈ। ਦੁਨਿਆਵੀ ਸ਼ਬਦ 2 ਤਰੀਕਿਆਂ ਨਾਲ ਸਮਝ ਆਉਂਦਾ, ਇੱਕ ਜਦੋਂ ਬੋਲਿਆ ਜਾਂਦਾ ਹੈ, ਇੱਕ ਉਸ ਸ਼ਬਦ ਨੂੰ ਜਦੋਂ ਸੁਣਿਆ ਜਾਂਦਾ। ਇਹ ਅੱਗੇ ਜਾ ਕੇ ਇਹ 2 ਤੋਂ 1 ਰੂਪ ਹੋ ਜਾਂਦਾ। ਜਿਵੇਂ ਤੁਹਾਡੇ ਮਨ ਨੇ ਅੱਗੇ ਜਾ ਕੇ 1 ਰੂਪ ਹੋ ਜਾਣਾ ਨਾ। ਮਹਾਰਾਜ ਦੀ ਬਾਣੀ ਚ ਆਉਂਦਾ, ਮਹਾਰਾਜ ਜੀ ਦੁਬਿਧਾ ਖਤਮ ਕਰੋ, ਦੁਬਿਧਾ ਦੂਰ ਕਰੋ ਲਿਵਲਾਏ, ਸ਼ਬਦ ਆਉਂਦੇ ਨਾ। ਉਹ ਦੁਬਿਧਾ ਕੀ ਹੈ? ਅੱਜ ਸਾਡਾ ਮਨ ਲੱਗੇ, ਕਈਆਂ ਦੇ ਤਾਂ ਹੁਣ ਟ੍ਰਿਪਲ ਹੋਇਆ ਪਿਆ, 3 ਕੰਮ ਹੋਏ ਪਏ ਨੇ। ਉਹ ਸਰੀਰ ਨੂੰ ਲੱਗ ਸਮਝਦੇ ਨੇ, ਮਨ ਨੂੰ ਲੱਗ ਸਮਝਦੇ ਨੇ, ਆਤਮਾ ਦਾ ਤਲੇ ਗਿਆ ਨਹੀਂ ਕੋਈ ਨਹੀਂ। ਇਸੇ ਤਰ੍ਹਾਂ ਜਦੋਂ ਤੁਸੀਂ ਸਰੀਰ ਤੋਂ ਅੱਗੇ ਤੁਰੋਗੇ, ਤੁਹਾਡਾ ਮਨ ਹੈ, ਇਹ ਅੱਗੇ ਜਾ ਕੇ ਮਨ ਤੇ ਆਤਮਾ ਦੀ ਦੁਬਿਧਾ ਵੀ ਖਤਮ ਹੋਣੀ ਹੈ, ਦੋਵਾਂ ਤੋਂ 1 ਬਣਨਾ ਹੈ ਤੁਸੀਂ। ਇਸੇ ਤਰ੍ਹਾਂ ਪਹਿਲਾਂ ਸ਼ਬਦ ਇਹ ਖੇਡ ਖੇਡਦਾ, ਜਿਹੜੀ ਖੇਡ ਅੱਗੇ ਜਾ ਕੇ ਤੁਹਾਡੀ ਆਤਮਾ ਤੇ ਮਨ ਨੇ ਖੇਡਣੀ ਹੈ। ਉਹ ਕਿਵੇਂ ਖੇਡਦਾ? ਪਹਿਲਾਂ ਇਹ ਸ਼ਬਦ ਬੋਲਣ ਤੇ ਸੁਣਨ ਨਾਲ, ਇਹ 2 ਯੰਤਰਾਂ ਨਾਲ ਤੁਹਾਨੂੰ ਇਹਦਾ ਪਤਾ ਲੱਗਦਾ ਵੀ ਇਹ ਸ਼ਬਦ ਹੈ। ਉਹਦੇ ਵਾਸਤੇ ਗੁਰਬਾਣੀ ਕਹਿੰਦੀ ਹੈ ਗਾਵੀਏ ਸੁਣੀਏ। ਗਾਉਣਾ ਤੇ ਸੁਣਨਾ, ਤੀਜਾ ਇਹਦੇ ਵਿੱਚ ਸਹਿਯੋਗ ਕਰਦਾ ਮਨ, ਭਾਉ, ਪ੍ਰੇਮ ਭਾਉ, ਮਨ ਇਹਦੇ ਵਿੱਚ ਸਹਿਯੋਗ ਕਰਦਾ।
ਇਹਨਾਂ ਦਾ ਇੰਦਰਾ ਜਿਹੜਾ ਹੈ ਬੋਲਣ ਦਾ ਤੇ ਸੁਣਨ ਦਾ ਜਿਹੜਾ ਪਿੱਛੇ ਕੰਮ ਕਰਦੀ ਹੈ ਸ਼ਕਤੀ, ਉਹ ਕਰਦੀ ਹੈ ਬੁੱਧੀ। ਵਿਗਿਆਨ ਹੈ, ਵਿਗਿਆਨ ਦੇ ਤਰੀਕੇ ਨਾਲ ਸਮਝਾ ਰਹੇ ਤੁਹਾਨੂੰ। ਬੋਲਣਾ, ਗਾਵੀਏ, ਸੁਣੀਏ, ਮਨ ਰੱਖੀਏ ਭਾਉ। ਉਹਨੂੰ ਮਨ ਦੇ ਵਿੱਚ ਸਮੇਟ ਲੈਣਾ, ਸਮੋ ਲੈਣਾ, ਉਹਨੂੰ ਮਾਣ ਲੈਣਾ। ਹੁਣ ਮਨ ਮਾਣਦਾ ਹੈ ਨਾ, ਤੁਹਾਨੂੰ ਕੋਈ ਚੰਗਾ ਦ੍ਰਿਸ਼ ਵਿਖੇ, ਉਹਨੂੰ ਕੌਣ ਮਾਣਦਾ? ਅੱਖਾਂ ਨਹੀਂ, ਮਨ। ਇਹਨਾਂ ਦਾ ਗੁਰੂ ਮਨ ਹੈ ਸਾਰਿਆਂ ਦਾ। ਕੰਨਾਂ ਨਾਲ ਤੁਹਾਨੂੰ ਕੋਈ ਚੰਗਾ ਸੰਗੀਤ ਸੁਣੇ ਤੇ ਉਹਨੂੰ ਕੌਣ ਮਾਣਦੇ ਨੇ? ਕੰਨ ਨਹੀਂ, ਮਨ ਮਾਣਦਾ, ਮਨ ਮਾਣਦਾ। ਇਸੇ ਤਰ੍ਹਾਂ ਜਿਹੜਾ ਇਹ ਸ਼ਬਦ ਹੈ, ਇਸ ਸ਼ਬਦ ਨੂੰ ਪਹਿਲਾਂ ਮਨ ਮਾਣੇਗਾ, ਫਿਰ ਇਹ ਸ਼ਬਦ ਮਨ ਦੀ ਮੈਲ, ਅੰਤःਕਰਨ ਦੀ ਮੈਲ ਕੱਟੇਗਾ। ਕੀ ਕਰੇਗਾ? ਕੱਟੇਗਾ। ਜਦੋਂ ਇਹ ਜਿਵੇਂ ਜਿਵੇਂ ਮਨ ਦੀ ਮੈਲ ਕਟੀਂਦੀ ਜਾਏਗੀ, ਜੋ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਹੈ, ਮੂਤ ਪਲੀਤੀ ਕੱਪੜ ਹੋਏ ਦੇ ਸਾਬੁਣ ਲਈਏ ਭਰੀਐ ਮਤ ਪਾਪਾ ਕੇ ਸੰਗ, ਉਹ ਧੋਪੈ ਨਾਵੇਂ ਕੇ। ਨਾਮ ਕੀ ਹੈ? ਸ਼ਬਦ। ਉਸ ਪਰਮੇਸ਼ਰ ਦਾ ਨਾਮ ਸ਼ਬਦ ਰਾਹੀਂ ਪ੍ਰਗਟ ਹੁੰਦਾ ਹੈ। ਜੋ ਸ਼ਬਦ ਹੈ, ਇਹ ਜਦੋਂ ਤੁਸੀਂ ਬੋਲੋਗੇ ਤੇ ਸੁਣੋਗੇ, ਮਨ ਨੂੰ ਮਾਣੇਗਾ। ਇਹਦੀ ਧੁਨ ਬਣਾ ਕੇ ਤੁਸੀਂ ਪਹਿਲਾਂ ਚਲਾਉਣੀ ਹੈ। ਧੁਨ ਬਣਾ ਕੇ, ਧੁਨ ਭਾਵ ਜਿਹੜਾ ਵੀ ਮੰਤਰ ਤੁਹਾਨੂੰ ਗੁਰਦੇਵ ਤੁਹਾਡੇ ਗੁਰੂ ਦੇਣ, ਜਿਹੜਾ ਮੰਤਰ ਗੁਰੂ ਨਾਨਕ ਪਾਤਸ਼ਾਹ ਅਕਾਲ ਪੁਰਖ ਤੋਂ ਲੈ ਕੇ ਆਏ, ਇੱਕ ਓੰਕਾਰ, ਜਿਹਨੂੰ ਅੱਗੇ ਕਿਹਾ ਹੈ ਸਤਨਾਮ ਹੈ। ਜਿਹੜਾ ਮੰਤਰ ਸਰੀਰ ਕਾਲ ਤੋਂ ਤੁਰਿਆ ਆਉਂਦਾ, ਓਮ ਨਮੇ, ਓਮ ਸ਼ਿਵਮ, ਓਮ ਨਮੇ। ਹੁਣ ਸ਼ਿਵ ਵੀ ਇੱਕ ਸ਼ਕਤੀ ਹੈ। ਜਦੋਂ ਓਮ ਸ਼ਿਵਮ ਓਮ ਕਹਿੰਦੇ ਆ ਤੇ ਉਹ ਵੀ ਇੱਕ ਸ਼ਕਤੀ ਹੈ। ਇਸ ਕਰਕੇ ਜਦੋਂ ਤੁਸੀਂ ਇਹਦੀ ਧੁਨ ਬਣਾਓਗੇ, ਇਹ ਪਹਿਲਾਂ ਮਨ ਦੀ ਮੈਲ ਕੱਟੇ, ਫਿਰ ਇਹਨੇ ਦੋ ਤੋਂ ਇੱਕ ਹੋ ਜਾਣਾ। ਕਿਵੇਂ? ਫਿਰ ਬੋਲਣ ਦੀ ਲੋੜ ਨਹੀਂ ਪੈਣੀ। ਫਿਰ ਸੰਗਤੇ ਇਹ ਤੁਹਾਨੂੰ ਨਾਦ ਬਣ ਕੇ, ਜਿਹਦੇ ਸਿਰ ਤੇ ਸ੍ਰਿਸ਼ਟੀ ਖੜੀ ਹੈ ਨਾ, ਜਿਹਦੇ ਸਿਰ ਤੇ ਸੰਸਾਰ ਖੜਾ ਹੈ, ਫਿਰ ਇਹ ਉਹ ਨਾਦ ਤੁਹਾਨੂੰ ਸੁਣਨਾ, ਇੱਕ ਹੋ ਜਾਣਾ। ਫਿਰ ਇਹਨੇ, ਫਿਰ ਉਸ ਨਾਦ ਨੇ ਤੁਹਾਨੂੰ ਬ੍ਰਹਮ ਤੱਕ ਲੈ ਕੇ ਜਾਣਾ। ਇਹ ਵਿਧੀ ਹੈ। ਹੁਣ ਇਹ ਵਿਧੀ ਤੁਸੀਂ ਪਾਠ ਪੂਜਾ ਕਰਕੇ ਕਿਸੇ ਪੰਡਤ ਗ੍ਰੰਥੀ ਤੋਂ ਕਿਵੇਂ ਸਿੱਖ ਲਓਗੇ? ਇਹ ਤਾਂ ਉਹ ਹੀ ਸਿਖਾਏਗਾ ਨਾ ਜਿਹਨੇ ਆਪ ਸਿੱਖੀ ਹੈ। ਇਸ ਕਰਕੇ ਤੀਜੇ ਪਾਤਸ਼ਾਹ ਨੇ ਆਨੰਦ ਸਾਹਿਬ ਦੀ ਬਾਣੀ ਚ ਬਾ ਖੂਬੀ ਕਿਹਾ ਕਿ ਭਾਈ ਇਹ ਜਿਹੜਾ ਪੰਜਾਂ ਰਾਗਾਂ ਦਾ, ਪੰਜਾਂ ਸ਼ਕਤੀਆਂ ਦਾ ਸੁਮੇਲ ਬਣ ਕੇ ਇਹ ਜਿਹੜਾ ਸ਼ਬਦ ਬਣਦਾ ਹੈ, ਇਹ ਤੁਹਾਡੇ ਅੰਦਰ ਦੀ ਮੈਲ ਕੱਟਦਾ ਹੈ। ਇਹ ਅੱਗੇ ਫਿਰ ਜਦੋਂ ਨਾਦ ਬਣਦਾ ਹੈ, ਉਦੋਂ ਵੀ ਪੰਜ ਸ਼ਕਤੀਆਂ, ਪੰਜ ਤਾਕਤਾਂ, ਇਹਦੇ ਵਿੱਚ ਪੰਜ ਗੁਣ ਹੁੰਦੇ ਨੇ। ਉਹ ਪੰਜ ਗੁਣ ਅੰਦਰ ਦੀ ਮੈਲ ਕੱਟ ਕੇ ਫਿਰ ਸਾਨੂੰ ਬ੍ਰਹਮ ਤੱਕ ਆਤਮਾ ਦਾ ਗਿਆਨ ਆਉਂਦਾ ਹੈ। ਜੇ ਤੁਸੀਂ ਇਹ ਸਾਰਾ ਗਿਆਨ ਲੈਣਾ, ਤੁਸੀਂ ਸੰਤ ਦੀ ਸ਼ਰਨ ਚ ਆਓ, ਤੁਸੀਂ ਉਹਨਾਂ ਕੋਲ ਬੈਠੋ, ਉਹਨਾਂ ਨੂੰ ਆਪਣਾ ਜੀਵਨ ਸਮਰਪਿਤ ਕਰੋ, ਉਹਨਾਂ ਕੋਲੋਂ ਅਰਦਾਸ ਬੇਨਤੀ ਜੋਦੜੀ ਕਰਕੇ ਇਹ ਦਾਤ ਮੰਗੋ ਕਿ ਮਹਾਰਾਜ, ਦੁਨਿਆਵੀ ਦਾਤਾਂ ਤਾਂ ਜਿਵੇਂ ਬਾਕੀਆਂ ਨੂੰ ਮਿਲੀਆਂ, ਆਜਾ ਮਲ ਨੂੰ ਮਿਲੀਆਂ, ਹੋਰਾਂ ਸੰਤਾਂ ਮਹਾਤਮਾ ਨੇ ਬਖਸ਼ਿਸ਼ ਕਰਕੇ ਜਿਹੜੇ ਬਿਲਕੁਲ ਕੰਗਾਲੀ ਦੇ ਦਿਨ ਕੱਟਦੇ ਪਏ ਸੀ, ਜਿਵੇਂ ਤੁਸੀਂ ਦੇਖਦੇ ਹੋ ਸੁਦਾਮਾ ਜੀ ਬਿਲਕੁਲ ਕੰਗਾਲ ਸੀ ਤੇ ਸ੍ਰੀ ਕ੍ਰਿਸ਼ਨ ਕਰਦੇ ਸ੍ਰੀ ਕ੍ਰਿਸ਼ਨ ਭਗਵਾਨ ਜੀ ਕੋਲ ਪਹੁੰਚ ਗਏ। ਉਹਨਾਂ ਨੇ ਉਹਦੀ ਜਨਮਾਂ ਦੀ ਗਰੀਬੀ ਕੱਟ ਦਿੱਤੀ, ਮਹਿਲ ਬਣਾ ਦਿੱਤੇ, ਹੀਰੇ ਤੇ ਸੋਨਿਆਂ ਨਾਲ ਲੱਦ ਦਿੱਤਾ। ਇਸੇ ਤਰ੍ਹਾਂ ਤੁਹਾਡੀ ਕੰਗਾਲੀ ਨਹੀਂ ਕੇਵਲ ਪਰਮੇਸ਼ਰ ਸੰਤ ਕੱਟਦੇ, ਉਹ ਤੁਹਾਨੂੰ ਦੁਨੀਆ ਦਾ ਰਾਜ ਵੀ ਬਖਸ਼ਦੇ ਐ, ਉਹ ਦੁਨੀਆ ਦੇ ਮਹਿਲ ਵੀ ਬਖਸ਼ਦੇ ਐ, ਮਨਾਰੇ ਵੀ ਬਖਸ਼ਦੇ ਐ, ਇੱਜ਼ਤਾਂ ਤੇ ਸ਼ੋਹਰਤਾਂ ਵੀ ਬਖਸ਼ਦੇ ਐ, ਤੁਹਾਡਾ ਮਾਨ ਸਤਿਕਾਰ ਤੇ ਨਾਮ ਵੀ ਰਹਿੰਦਾ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲਣ ਅੰਦਰ ਸਭ ਕੋ
ਅਪੁੱਲ ਗੁਰੂ ਕਰਤਾਰ ਸਾਰੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।